ਸਾਰੀ ਸਾਧ ਸੰਗਤ ਨੂੰ ਜੀ ਆਇਆਂ ਨੂੰ ਜੀ। ਤੇ ਜਿਵੇਂ ਸ਼ਾਹ ਜੀ ਅੰਕਲ ਨੇ ਦੱਸਿਆ ਕਿ ਸਾਡੀ ਅੱਜ ਕਲਾਸ 12 ਮਾਹ ਦੀ ਕਲਾਸ ਹੈਗੀ ਹੈ ਜੀ। ਇੱਕ ਸੀਕੁਅਲ ਜਿਹੜਾ ਅਸੀਂ ਪਿਛਲੇ ਆਲਮੋਸਟ 12 ਹਫ਼ਤਿਆਂ ਤੋਂ ਚਲਾ ਰਹੇ ਹਾਂ ਜੀ। ਤੇ ਬੀਬੀ ਮਨਦੀਪ ਕੌਰ ਜੀ ਫਰੋਮ ਦੁਬਈ ਸਾਨੂੰ ਇਹਦੇ ਥਰੂ ਲੈ ਕੇ ਚੱਲ ਰਹੇ ਨੇ। ਇੱਕ ਮਾਂ ਦੀ ਪੂਰੀ ਡਿਟੇਲ ਡਿਸਕ੍ਰਿਪਸ਼ਨ, ਇੱਕ ਪੂਰਾ ਇਨਸਾਈਟ ਸਾਨੂੰ ਮਿਲ ਰਿਹਾ ਹੈ ਸਮਝਣ ਨੂੰ, ਵਿਚਾਰਨ ਨੂੰ ਤੇ ਸਿੱਖਣ ਨੂੰ। ਤੇ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਜੀ, ਉਹ 12 ਮਾਹਾਂ ਬੇਦਸ ਮਾਂ ਰੁਤੀ ਥਤ ਵਾਰ ਪਲੇ। ਤੇ ਇਹ ਅੱਜ ਦਾ ਜਿਹੜਾ ਟੌਪਿਕ ਹੈ ਜੀ। ਭੈਣ ਜੀ, ਓਵਰ ਟੂ ਯੂ। ਅਸੀਂ ਆਪ ਜੀ ਨੂੰ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਇਹਦੇ ਥਰੂ ਲੈ ਕੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੇਦਸ ਮਾਹ ਰੁੱਤੀ ਥਿੱਤੀ ਵਾਰ ਭਲੇ। ਘੜੀ ਮੂਰਤ ਪਲ ਸਾਚੈ ਆਏ ਸਹਿਜ ਮਿਲੇ। ਪ੍ਰਭ ਮਿਲੇ ਪਿਆਰੇ ਕਾਰਜ ਸਾਰੇ। ਕਰਤਾ ਸਭ ਵਿਦ ਜਾਣੈ। ਜਿਨ ਸਿੰਗਾਰੀ ਤਿਸੇ ਪਿਆਰੀ। ਮੇਲ ਪਿਆ ਰੰਗ ਮਾਣੈ। ਘਰ ਸੇਜ ਸੁਹਾਵੀ ਜਾਂ ਪਿਰ ਰਾਵੀ। ਗੁਰਮੁਖ ਮਸਤਕ ਭਾਗੋ। ਨਾਨਕ ਅਹਨਿਸ ਰਾਵੈ ਪ੍ਰੀਤਮ। ਹਰ ਵਰ ਥਿਰ ਸੁਹਾਗੋ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਰਾਧਿਆ ਦਰਗਾਹ ਸੱਚ ਖਰੇ। ਮਾਹ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਜਿਵੇਂ ਕਿ ਵੀਰ ਜੀ ਉਹਨਾਂ ਨੇ ਆਪਣੀ ਜਿਹੜੀ ਕਲਾਸ ਆ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੱਲ ਦੱਸੀ ਹੈ ਕਿ ਜਿਹੜੀ ਆਪਣੀ 12 ਮਾਹ ਦੀ ਲੜੀ ਚੱਲ ਰਹੀ ਸੀ ਲਗਾਤਾਰ, ਅੱਜ ਉਸ ਲੜੀ ਦੇ ਵਿੱਚੋਂ ਆਪਾਂ ਤੁਖਾਰੀ ਰਾਗ ਨੂੰ ਜਿਹੜਾ ਆਧਾਰ ਬਣਾਇਆ ਸੀ, ਉਸ ਤੁਖਾਰੀ ਰਾਗ ਦਾ ਇਹ 17ਵਾਂ ਬੰਦ, ਸਮਾਪਤੀ ਵਾਲਾ ਬੰਦ ਜਿਹੜਾ ਉਹ ਅੱਜ ਆਪਾਂ ਵਿਚਾਰਾਂਗੇ। ਕਿਉਂਕਿ ਤੁਖਾਰੀ ਰਾਗ ਦਾ ਜਿਹੜਾ 12 ਮਾਹ ਹੈ ਉਹਦੇ ਵਿੱਚ ਟੋਟਲ 17 ਬੰਦ ਨੇ। ਪਹਿਲੇ 4 ਬੰਦ, ਬਾਅਦ ਚੋਂ 12 ਮਹੀਨੇ, ਫਿਰ ਇਹ ਆਖਰੀ ਜਿਹੜਾ ਤਤ ਸਾਰ ਵਾਲਾ ਜਿਹੜਾ ਬੰਦ ਆ 17ਵਾਂ ਬੰਦ। ਇਸੇ ਤਰ੍ਹਾਂ ਮਾਝ ਰਾਗ ਦੇ ਵਿੱਚ ਟੋਟਲ 14 ਬੰਦ ਨੇ 12 ਮਹੀਨਿਆਂ ਦੇ, ਜਿਨ੍ਹਾਂ ਦੇ ਵਿੱਚੋਂ ਪਹਿਲੇ ਸ਼ੁਰੂਆਤ ਆ ਮੰਗਲਾ ਚਰਨ ਵਾਲਾ ਬੰਦ ਆ, ਫਿਰ 12 ਮਹੀਨੇ ਨੇ, ਉਸ ਤੋਂ ਬਾਅਦ ਆਖਰੀ ਬੰਦ ਜਿਹੜਾ ਨਿਚੋੜ ਆ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਇਹ ਵਾਲਾ ਬੰਦ ਹੈ। ਇਹ ਸਾਰੇ 12 ਮਾਹ ਦੀ ਜਦੋਂ ਆਪਾਂ ਵਿਚਾਰ ਕੀਤੀ ਆ ਤੇ ਇਹ ਵਿਚਾਰ ਕਰਦਿਆਂ ਹੋਇਆਂ ਇਹ ਗੱਲ ਆਪਾਂ ਹਮੇਸ਼ਾ ਹੀ ਕਰਦੇ ਰਹੇ ਆ ਕਿ ਜਿੰਨੀ ਵੀ ਇਹ ਰਚਨਾ ਹੈ ਇਹ ਸਾਰੀ ਕੁਦਰਤ ਦੀ ਸਾਜੀ ਹੋਈ ਹੈ, ਅਕਾਲ ਪੁਰਖ ਦੀ ਸਾਰੀ ਇਹ ਰਚਨਾ ਹੈ। ਔਰ ਇਹ ਰਚਨਾ ਕਿੰਨੀ ਵਿਸ਼ਾਲ ਆ ਇਹਦਾ ਅੰਦਾਜ਼ਾ ਅਸੀਂ ਲਾ ਨਹੀਂ ਸਕਦੇ। ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਜਪਜੀ ਸਾਹਿਬ ਪੜ੍ਹਦਿਆਂ ਹੋਇਆਂ ਅਕਸਰ ਆਪਾਂ ਸਵੇਰੇ ਜਪਜੀ ਸਾਹਿਬ ਦੇ ਵਿੱਚ ਇਹ ਵਾਲੀ ਪੰਕਤੀਆਂ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਅਸੀਂ ਵੀ ਉਸ ਕੁਦਰਤ ਦਾ ਹਿੱਸਾ ਹੀ,
ਜਿਹੜੀ ਕੁਦਰਤ ਅਕਾਲ ਪੁਰਖ ਨੇ ਸਾਜੀ ਹੈ। ਜਿਵੇਂ ਬਾਕੀ ਸਭ ਚੀਜ਼ਾਂ ਜਿੰਨੀ ਵੀ ਰਚਨਾ ਹੈ ਕੁਦਰਤ ਨੇ ਸਾਜੀ, ਉਹ ਉਸੇ ਤਰ੍ਹਾਂ ਅਸੀਂ ਵੀ ਉਹਦੀ ਰਚਨਾ ਦਾ ਇੱਕ ਹਿੱਸਾ ਹੈ। ਪਰ ਇਹ ਗੱਲ ਜ਼ਰੂਰ ਆ ਕਿ ਜਿਹੜਾ ਮਨੁੱਖ ਆ ਉਹ ਆਪਣੀ ਸੁਚੇਤ ਬੁੱਧੀ ਹੋਣ ਦੇ ਕਾਰਨ ਇਹਨੂੰ 84 ਲੱਖ ਜੂਨਾਂ ਦਾ ਸਰਦਾਰ ਵੀ ਆਖਿਆ ਜਾਂਦਾ ਹੈ। ਆਪਾਂ ਆਖਦੇ ਹਾਂ ਕਿ ਜਿਹੜਾ ਮਨੁੱਖ ਆ ਇਹ ਸਾਰੀਆਂ ਜੂਨਾਂ ਦਾ ਸਰਦਾਰ ਹੈ, ਕਿਉਂਕਿ ਮਨੁੱਖ ਨੂੰ ਉਸ ਅਕਾਲ ਪੁਰਖ ਨੇ ਸੋਚਣ ਦਾ, ਸਮਝਣ ਦਾ, ਵਿਚਾਰਨ ਦਾ ਇੱਕ ਬੜਾ ਵਧੀਆ ਤਰੀਕਾ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਬੜੀ ਵਿਸ਼ਾਲ ਬੁੱਧੀ ਜਿਹੜੀ ਆ ਉਹ ਬਖਸ਼ਿਸ਼ ਕੀਤੀ ਹੈ। ਇਸੇ ਵਿਸ਼ਾਲ ਬੁੱਧੀ ਦੇ ਸਮਝ ਚੱਲਦਿਆਂ ਹੋਇਆਂ, ਇਸੇ ਬੌਧਿਕ ਪੱਧਰ ਨੂੰ ਵਰਤਦਿਆਂ ਹੋਇਆਂ ਜਿਹੜਾ ਮਨੁੱਖ ਆ ਇਹਨੇ ਰੁੱਤਾਂ, ਥਿੱਤਾਂ, ਵਾਰਾਂ ਦੇ, ਦਿਨਾਂ ਦੇ ਜਿਹੜੇ ਨਾਮ ਨੇ ਉਹ ਆਪ ਰੱਖਿਆ ਪਹਿਚਾਨ ਕਰਨ ਵਾਸਤੇ। ਇਹ ਗੱਲ ਠੀਕ ਆ ਕਿ ਜਿਹੜੇ ਦਿਨ, ਵਾਰ ਨੇ, ਰੁੱਤਾਂ ਨੇ, ਇਹ ਸਾਰਾ ਕੁਝ ਕਾਦਰ ਨੇ ਸਾਜਿਆ ਹੈ, ਇਹ ਬਿਲਕੁਲ ਸਹੀ ਹੈ। ਪਰ ਇਹਨੂੰ ਜਿਹੜੇ ਨਾਮ ਦਿੱਤੇ ਨੇ ਉਹ ਮਨੁੱਖ ਨੇ ਆਪ ਦਿੱਤੇ ਨੇ ਆਪਣੀ ਪਹਿਚਾਨ ਕਰਨ ਵਾਸਤੇ, ਕਿ ਸੌਖੇ ਤਰੀਕੇ ਦੇ ਨਾਲ ਸਾਨੂੰ ਪਹਿਚਾਨ ਹੋ ਜਾਵੇ। ਕਿਉਂਕਿ ਜਦੋਂ ਅਗਲਾ ਵਾਰ ਚੜ੍ਹਦਾ ਹੈ, ਫਿਰ ਉਸ ਤੋਂ ਅਗਲਾ ਵਾਰ ਚੜ੍ਹਦਾ ਹੈ, ਤੇ ਜਦੋਂ ਆਪਾਂ ਅਲੱਗ-ਅਲੱਗ ਭਾਸ਼ਾਵਾਂ ਦਾ ਵੀ ਗਿਆਨ ਰੱਖਦੇ ਹਾਂ, ਉਹਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜਿਵੇਂ ਅਸੀਂ ਆਖਦੇ ਹਾਂ ਸੋਮਵਾਰ, ਮੰਗਲਵਾਰ, ਬੁੱਧਵਾਰ, ਐਤਵਾਰ, ਇੰਗਲਿਸ਼ ਦੇ ਵਿੱਚ ਆਪਾਂ ਸੰਡੇ, ਮੰਡੇ, ਟਿਊਜ਼ਡੇ ਇਸ ਤਰ੍ਹਾਂ ਕਹਿ ਲੈਂਦੇ ਹਾਂ। ਹਿੰਦੀ ਦੇ ਵਿੱਚ ਹੋਰ ਨਾਂ ਨੇ, ਇਸੇ ਤਰ੍ਹਾਂ ਅਰਬੀ ਦੇ ਵਿੱਚ ਜੁਮਾ, ਜੁਮੇਰਾਤ, ਹਫਤਾ, ਇਸ ਤਰ੍ਹਾਂ ਇਹ ਨਾਮ ਜਿਹੜੇ ਪ੍ਰਚਲਿਤ ਨੇ, ਇਹ ਨਾਮ ਚੱਲਦੇ ਨੇ। ਇਹ ਮਨੁੱਖ ਨੇ ਆਪਣੇ ਬੌਧਿਕ ਪੱਧਰ ਨੂੰ ਵਰਤਦਿਆਂ ਹੋਇਆਂ ਇਹ ਜਿਹੜੇ ਨਾਮ ਨੇ ਇਹ ਆਪ ਡਿਸਾਈਡ ਕੀਤੇ ਆ ਵੀ ਮੈਂ ਇਹ ਵਾਲੇ ਜਿਹੜੇ ਨਾਮ ਆ, ਤਾਂ ਕਿ ਮੈਨੂੰ ਸੌਖੀ ਪਹਿਚਾਨ ਹੋ ਸਕੇ ਵੀ ਜਿਹੜੇ ਇਹ ਨਾਮ ਕੀ ਕਿਹੜਾ ਦਿਨ ਜਿਹੜਾ ਹੈ ਉਹ ਚੜਿਆ। ਜਿੱਥੇ ਮਨੁੱਖ ਨੇ ਆਪਣਾ ਬੌਧਿਕ ਪੱਧਰ ਵਰਤਿਆ ਔਰ ਰੁੱਤਾਂ ਦੇ ਨਾਮ ਰੱਖੇ, ਦਿਨਾਂ ਦੇ ਨਾਮ ਰੱਖੇ, ਵਾਰਾਂ ਦੇ ਨਾਮ ਰੱਖੇ, ਉੱਥੇ ਨਾਲ ਇੱਕ ਬੜੇ ਮਜ਼ੇ ਦੀ ਗੱਲ ਆ ਕਿ ਮਨੁੱਖ ਨੇ ਦਿਨਾਂ ਦੇ ਨਾਵਾਂ ਦੇ ਨਾਲ ਭਰਮ ਵੀ ਪਾਲ ਕੇ ਬੈਠ ਗਿਆ। ਕਈ ਤਰ੍ਹਾਂ ਦੇ ਜਿਹੜੇ ਭਰਮ ਨੇ ਉਹ ਇਨਸਾਨ ਨੇ ਪਾਲ ਲਏ। ਹੁਣ ਜੇ ਸਬੱਬੀ ਕਿਸੇ ਦੇ ਨਾਲ ਕਿਸੇ ਇੱਕ ਵਾਰ, ਮੰਨ ਲਓ ਸੋਮਵਾਰ ਜਾਂ ਐਤਵਾਰ, ਕਿਸੇ ਦੇ ਨਾਲ ਕੋਈ ਮਾੜੀ ਘਟਨਾ, ਕੋਈ ਦੁਖਦ ਘਟਨਾ ਵਾਪਰ ਗਈ, ਅਗਲੇ ਐਤਵਾਰ ਫਿਰ ਕੋਈ ਨਾ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰ ਗਈ, ਤੀਸਰੇ ਐਤਵਾਰ ਫਿਰ ਇੰਜ ਹੋਇਆ, ਤੇ ਮਨੁੱਖ ਨੇ ਕੀ ਆਖਿਆ? ਆਖਿਆ ਜਿਹੜਾ ਦਿਨ ਆ ਨਾ ਐਤਵਾਰ, ਇਹ ਮੇਰੇ ਵਾਸਤੇ ਬੜਾ ਮਾੜਾ ਹੈ, ਇਹ ਬੜਾ ਅਸ਼ੁਭ ਹੈ। ਤੇ ਇਸ ਚੀਜ਼ ਦੇ ਉੱਤੇ ਜਿਹੜੀ ਪੱਕੀ ਮੋਹਰ ਆ ਉਹ ਸਟੈਂਪ ਕਿਹਨੇ ਲਾਈ? ਉਹ ਸਾਡੇ ਧਾਰਮਿਕ ਪੁਜਾਰੀਆਂ ਨੇ, ਧਾਰਮਿਕ ਸ਼੍ਰੇਣੀ ਨੇ। ਧਾਰਮਿਕ ਸ਼੍ਰੇਣੀ ਨੇ ਇਹਨਾਂ ਭਰਮਾਂ ਨੂੰ ਸਾਡੇ ਅੰਦਰ ਇਸ ਤਰ੍ਹਾਂ ਦਾ ਪੱਕਾ ਕਰ ਦਿੱਤਾ ਕਿ ਇਹਨਾਂ ਭਰਮਾਂ ਦੇ ਨਾਲ ਜਿਹੜੇ ਦਿਨਾਂ ਦੇ ਨਾਲ ਭਰਮ ਜੁੜੇ ਨੇ, ਇਹਨਾਂ ਭਰਮਾਂ ਦੇ ਨਾਲ ਕਈ ਤਰ੍ਹਾਂ ਦੀਆਂ ਗਾਥਾਵਾਂ ਜੋੜ ਲਈਆਂ, ਕਈ ਤਰ੍ਹਾਂ ਦੀਆਂ ਪ੍ਰਾਲੌਕਿਕ ਕਹਾਣੀਆਂ ਇਹਦੇ ਨਾਲ ਜੋੜ ਲਈਆਂ, ਤੇ ਸਾਨੂੰ ਜਿਹੜਾ ਹੈ ਅੰਧ ਵਿਸ਼ਵਾਸੀ ਬਣਾ ਕੇ ਰੱਖ ਦਿੱਤਾ। ਜਦੋਂ ਕਿ ਅਸੀਂ ਜਦੋਂ ਗੁਰਬਾਣੀ ਦਾ ਪਾਠ ਕਰਦੇ ਹਾਂ, ਗੁਰਬਾਣੀ ਸਮਝਦੇ ਹਾਂ, ਤੇ ਗੁਰਬਾਣੀ ਪੜ੍ਹਨ ਲੱਗਿਆਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਮਹਾਰਾਜ ਨੇ ਲਿਖਿਆ ਹੈ, ਥਿੱਤੀ ਵਾਰ ਸੇਵੈ ਮੁਗਧ ਗਵਾਰ। ਵੀ ਇਹ ਤੇ ਮੂਰਖਾਂ ਦਾ ਕੰਮ ਆ ਕਿ ਜਿਹੜਾ ਅਸੀਂ ਵਾਰਾਂ ਦੇ ਨਾਲ ਐਵੇਂ ਭਰਮ ਪਾਲ ਕੇ ਬੈਠ ਗਏ, ਜਾਂ ਹੋਰ ਵੀ ਜ਼ਿਆਦਾ ਸਪਸ਼ਟ ਤੌਰ ਤੇ ਸਮਝ ਨਾ ਆਵੇ ਤੇ ਸੱਚੇ ਪਾਤਸ਼ਾਹ ਆਖਿਆ, ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਸਿਰਫ ਇੱਕ ਦਿਨ ਨਹੀਂ, ਇੱਕ ਘੜੀ ਨਹੀਂ, ਮਹਾਰਾਜ ਆਖਦੇ ਨੇ ਉਹ ਸਾਰੀ ਦੀ ਸਾਰੀ ਰੁੱਤ ਜਿਹੜੀ ਆ ਨਾ ਉਹ ਫਿਟਕਾਰ ਯੋਗ ਆ ਜਦੋਂ ਮੈਂ ਉਹਦੇ ਗੁਣਾਂ ਤੋਂ ਬਗੈਰ ਜੀਣਾ, ਜਦੋਂ ਮੈਂ ਸੱਚ ਦੇ ਨਾਲੋਂ ਟੁੱਟ ਕੇ ਜੀਣਾ, ਜਦੋਂ ਮੈਂ ਭਰਮਾਂ ਦੇ ਵਿੱਚ ਪੈ ਕੇ ਜੀਣਾ ਹੈ, ਤੇ ਉਹ ਸਾਰੀ ਦੀ ਸਾਰੀ ਰੁੱਤ ਜਿਹੜੀ ਆ ਨਾ
ਉਹ ਫਟਕਾਰਯੋਗ ਸਮਝੋ, ਸਿਰਫ ਇੱਕ ਦਿਨ ਨਾ ਉਹਨੂੰ ਫਟਕਾਰਯੋਗ ਸਮਝੋ। ਕਿਉਂਕਿ ਜਿਹੜੇ ਭਰਮ ਨੇ, ਵਹਿਮ ਨੇ, ਇਹ ਮਨੁੱਖ ਨੇ ਆਪ ਬਣਾਏ। ਕਰਤੇ ਨੇ ਆਪਣੀ ਰਚਨਾ ਸਾਜੀ ਆ, ਦਿਨ ਰਾਤ ਬਣਾਏ ਆ, ਤੇ ਜਿਹੜੇ ਇਹ ਦਿਨ ਰਾਤ ਆ, ਹੁਣ ਇਹ ਥੋੜੀ ਹੋ ਸਕਦਾ ਹੈ ਵੀ ਕਰਤੇ ਨੇ ਕੋਈ ਦਿਨ ਚੰਗਾ ਬਣਾਤਾ ਤੇ ਕੋਈ ਮਾੜਾ ਬਣਾਤਾ। ਉਹਨਾਂ ਨੇ ਤੇ ਸਾਰੇ ਦਿਨ ਰਾਤ ਜਿਹੜੇ ਨੇ ਉਹ ਬੜੇ ਵਧੀਆ ਬਣਾਏ। ਅਸੀਂ ਉਹਨਾਂ ਦਿਨਾਂ ਨੂੰ ਹੋਰ ਵੀ ਵਧੀਆ ਨਾਂ ਦੇ ਦਿੱਤਾ। ਅਸੀਂ ਆਖਿਆ ਸ਼ੁਭ ਆ, ਅਸ਼ੁਭ ਆ। ਅਸੀਂ ਸ਼ੁਭ ਤੇ ਅਸ਼ੁਭ ਦੇ ਨਾਲ ਜਿਹੜਾ ਹੈ ਨਾ ਉਹ ਜੋੜ ਕੇ ਬੈਠ ਗਏ। ਵੈਸੇ ਜਿਹੜੀ ਮਾੜੀ ਘੜੀ ਆ ਨਾ, ਅਸ਼ੁਭ ਘੜੀ ਆ, ਉਹ ਉਹੀ ਅਸ਼ੁਭ ਘੜੀ ਹੁੰਦੀ ਹੈ ਜਦੋਂ ਅਸੀਂ ਸੱਚ ਦੇ ਨਾਲੋਂ ਟੁੱਟ ਕੇ ਜੀਂਦੇ, ਜਦੋਂ ਅਸੀਂ ਗੁਨਾਹ ਤੋਂ ਬਗੈਰ ਜੀਂਦੇ। ਹੁਣ ਕੁਦਰਤ ਨੇ, ਕਾਦਰ ਨੇ ਸਾਨੂੰ ਬੜੀਆਂ ਹੀ ਨਿਯਮਤਾਂ ਦੇ ਨਾਲ ਨਵਾਜਿਆ ਹੈ। ਇਹਨਾਂ ਨਿਯਮਤਾਂ ਦਾ ਅਸੀਂ ਜਿੰਨਾ ਸ਼ੁਕਰਾਨਾ ਕਰ ਸਕੀਏ ਉਹ ਥੋੜਾ ਹੈ। ਅਸੀਂ ਸ਼ੁਕਰਾਨਾ ਵੀ ਨਹੀਂ ਕਰ ਸਕਦੇ, ਪਰ ਉਹਦੀਆਂ ਬਖਸ਼ੀਆਂ ਹੋਈਆਂ ਨਿਯਮਤਾਂ ਦੇ ਵਿੱਚੋਂ ਜੇ ਸਭ ਤੋਂ ਸਿਖਰ ਤੇ ਕੋਈ ਨਿਯਮਤ ਆ ਨਾ, ਉਹ ਵਾ ਸਮਾਂ, ਉਹ ਵਾ ਟਾਈਮ। ਤੇ ਸਮੇਂ ਨੂੰ ਹੀ ਅਸੀਂ ਜਿਹੜਾ ਹੈ ਨਾ ਉਹ ਰੱਜ ਕੇ ਬਰਬਾਦ ਕਰਦੇ ਹਾਂ। ਇਹ ਵੀ ਇੱਕ ਬੜੀ ਸੱਚ ਗੱਲ ਹੈ। ਅਸੀਂ ਸਮੇਂ ਨੂੰ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਬਰਬਾਦ ਕਰਦੇ ਹਾਂ, ਬੜੇ ਅਸੀਂ ਅਲੱਗ-ਅਲੱਗ ਤਰੀਕੇ ਜਿਹੜੇ ਨੇ ਉਹ ਲੱਭੇ ਹੋਏ ਨੇ। ਸਿਆਣੇ ਆਖਦੇ ਨੇ ਜਿੰਨੀ ਤੁਸੀਂ ਸਮੇਂ ਨੂੰ, ਜਿੰਨੀ ਸਮੇਂ ਦੀ ਬਰਬਾਦੀ ਕਰਦੇ ਆ ਨਾ, ਸਮਾਂ ਓਨੀ ਤੀਬਰ ਤੇਜ਼ ਗਤੀ ਦੇ ਨਾਲ ਸਾਡੀ ਬਰਬਾਦੀ ਕਰਦਾ ਹੈ। ਸਮੇਂ ਨੂੰ ਆਬਾਦ ਕਰਾਂਗੇ, ਸਮਾਂ ਸਾਨੂੰ ਆਬਾਦ ਕਰੇਗਾ। ਸਮੇਂ ਦੀ ਬਰਬਾਦੀ ਕਰਾਂਗੇ ਤੇ ਸਮਾਂ ਸਾਨੂੰ ਬਰਬਾਦ ਕਰੇਗਾ। ਹੁਣ ਅਸੀਂ ਸਮੇਂ ਦੀ ਬਰਬਾਦੀ ਕਿਵੇਂ ਕਰਦੇ ਹਾਂ? ਕੋਈ ਤਾਸ਼ ਖੇਡਦਾ ਹੈ, ਕਈ ਵਾਰੀ ਅਸੀਂ ਸੋਸ਼ਲ ਮੀਡੀਆ ਤੇ 3-3, 4-4 ਘੰਟੇ ਬੈਠੇ ਰਹਿੰਦੇ ਹਾਂ। ਹੋਰ ਨਹੀਂ ਕੋਈ ਕੰਮ, ਤੇ ਲੋਕਲ ਕਾਲ ਜਿਹੜੀ ਆ ਉਹ ਫ੍ਰੀ ਹੈ। ਲੋਕਲ ਕਾਲ ਇੱਕ ਦੂਜੇ ਨੂੰ ਲਾ ਕੇ ਬਹਿ ਗਏ, 5 ਮਿੰਟ ਕੰਮ ਦੀਆਂ ਗੱਲਾਂ ਕੀਤੀਆਂ, 10 ਮਿੰਟ ਵੱਧ ਤੋਂ ਵੱਧ ਕੰਮ ਦੀਆਂ ਗੱਲਾਂ ਕੀਤੀਆਂ, ਬਾਅਦ ਚੋਂ ਇੱਧਰ ਉੱਧਰ ਪਤਾ ਨਹੀਂ ਕਿੰਨਾ ਚਿਰ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹਾਂ। ਪਰ ਇਹਨਾਂ ਦੇ ਵਿੱਚ ਵੀ ਇੱਕ ਰਸ ਹੈ। ਕਈ ਨਿੰਦਾ ਚੁਗਲੀ ਕਰਕੇ ਸਮਾਂ ਬਤੀਤ ਕਰਦੇ ਆ, ਉਹ ਵੀ ਇੱਕ ਰਸ ਆ ਵੀ ਕਿਸੇ ਦੀ ਬੁਰਾਈ ਸੁਣਨਾ, ਕਿਸੇ ਦੀ ਬੁਰਾਈ ਕਰਨਾ, ਇਹ ਵੀ ਇੱਕ ਬੜਾ ਤਕੜਾ ਰਸ ਹੈ। ਪਰ ਇੱਕ ਹੋਰ ਬੜੀ ਅਲੱਗ ਕੈਟਾਗਰੀ ਹੈ ਜਿਹਦੇ ਬਾਰੇ ਮਹਾਰਾਜ ਨੇ ਲਿਖਿਆ ਹੈ। ਉਹ ਕੈਟਾਗਰੀ ਐਸੀ ਅਲੱਗ ਆ, ਉਹ ਪਤਾ ਕਿਹੜੀ ਕੈਟਾਗਰੀ ਹੈ? ਜਿਹੜੀ ਸਮੇਂ ਨੂੰ ਬਰਬਾਦ ਕਰਦੀ ਆ ਸਮੇਂ ਦੀ ਉਡੀਕ ਦੇ ਵਿੱਚ। ਹੁਣ ਇਹ ਕਿਸ ਤਰ੍ਹਾਂ? ਮੰਨੋ ਮੈਂ ਕੋਈ ਕੰਮ ਕਰਨਾ ਹੈ, ਕੋਈ ਕੰਮ ਸ਼ੁਰੂ ਕਰਨਾ ਹੈ, ਤੇ ਮੈਂ ਕਿਸੇ, ਬਹੁਤੇ ਲੋਕ ਇੰਜ ਕਰਦੇ ਆ, ਮੈਂ ਕਹਿੰਦੀ ਵੀ ਜਿਹੜੇ ਆਪਣੇ ਚ ਬੈਠੇ ਕਰਦੇ ਹੋਣਗੇ, ਪਰ ਆਪਾਂ ਕਾਮਨ ਗੱਲ ਕਰ ਰਹੇ ਹਾਂ। ਅਸੀਂ ਕਿਸੇ ਜੋਤਸ਼ੀ ਨੂੰ ਪੁੱਛਿਆ ਜਾਂ ਆਪਣੇ ਸੋ ਕਾਲਡ ਬਾਬਾ ਜੀ ਨੂੰ ਪੁੱਛਿਆ ਵੀ ਮਹਾਰਾਜ ਇਹ ਮੈਂ ਕੰਮ ਸ਼ੁਰੂ ਕਰਨਾ ਹੈ, ਤੇ ਭਲਾ ਮਹੂਰਤ ਦਾ ਮਤਲਬ ਹੁੰਦਾ ਸਮਾਂ, ਮਹੂਰਤ ਕੱਢ ਕੇ ਦੱਸੋ ਤਾਂ ਵੀ ਮੈਂ ਕੰਮ ਕਰ ਲਵਾਂ। ਹੁਣ ਉਹਨੇ ਆਖਣਾ ਨਾ 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 ਨਾ, ਹੱਲੀ ਤੇਰੇ ਲਈ ਇੰਨਾ ਸਮਾਂ ਸ਼ੁਭ ਨਹੀਂ ਆ। ਮੰਨੋ ਕਹਿੰਦਾ 3 ਮਹੀਨੇ ਸ਼ੁਭ ਨਹੀਂ ਆ, ਜਾਂ 2 ਮਹੀਨੇ ਸ਼ੁਭ ਨਹੀਂ ਆ, ਜਾਂ 6 ਮਹੀਨੇ, ਤੂੰ ਇੰਨਾ ਚਿਰ ਵੇਟ ਕਰ, ਉਡੀਕ ਕਰ, ਇੰਨੇ ਚਿਰ ਤੋਂ ਬਾਅਦ ਤੂੰ ਨਵਾਂ ਕੰਮ ਸ਼ੁਰੂ ਕਰੀ। ਅਸੀਂ ਉਹ ਮੂਰਖਾਂ ਦੀ ਕੈਟਾਗਰੀ ਵਿੱਚ ਆ ਜਾਂਦੇ ਆ ਵੀ ਜਿਹੜੇ ਚੰਗੇ ਸਮੇਂ ਦੀ ਉਡੀਕ ਦੇ ਲਈ ਆਪਣਾ ਕੀਮਤੀ ਸਮਾਂ ਜਿਹੜਾ ਹੈ ਉਹ ਬਰਬਾਦ ਕਰਦੇ ਆ ਵੀ ਚੰਗਾ ਸਮਾਂ ਆਊਗਾ ਤੇ ਫਿਰ ਮੈਂ ਚੰਗਾ ਕੰਮ ਸ਼ੁਰੂ ਕਰੂੰਗਾ। ਇਹ ਜਿਹੜੀ ਕੈਟਾਗਰੀ ਆ ਨਾ, ਇਹ ਬੜੀ ਅਲੱਗ ਕਿਸਮ ਦੀ ਆ ਤੇ ਇਹਨੂੰ ਸਮਝਾਉਣਾ ਵੀ ਬੜਾ ਔਖਾ। ਹੁਣ ਗੁਰਬਾਣੀ ਦੇ ਵਿੱਚੋਂ ਪੜ੍ਹੀਏ ਵੀ ਸੱਚੇ ਪਾਤਸ਼ਾਹ ਤੁਸੀਂ ਵੀ ਦੱਸਦੇ ਆ ਵੀ ਇਹ ਕੈਟਾਗਰੀ ਇਸ ਤਰ੍ਹਾਂ ਸਮਾਂ ਬਰਬਾਦ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨਹੀਂ ਬੱਚੇ, ਤੂੰ ਪੜ੍ਹ ਆ ਕੇ। ਸੱਚੇ ਪਾਤਸ਼ਾਹ ਸਮਝਾਇਆ, ਆਖਣ ਲੱਗੇ ਗਣ ਗਣ ਜੋਤਕ ਕਾਂਡੀ ਕੀਨੀ, ਪੜ੍ਹੇ ਸੁਣਾਵੇ ਤਤ ਨ ਚੀਨੀ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਹੁਣ ਪੱਤਰੀ ਵਾਚ ਕੇ ਕਿਸੇ ਨੂੰ ਕਹਿੰਦਾ ਸਮਾਂ ਸ਼ੁਭ ਆ ਤੇ ਕਿਸੇ ਨੂੰ ਦੱਸਦਾ ਸਮਾਂ ਅਸ਼ੁਭ ਆ। ਉਹ ਪੁੱਛੂਗਾ ਮਹਾਰਾਜ ਇਹ ਜਿਹੜਾ ਸਮਾਂ ਹੈ ਇਹ ਕਿਵੇਂ ਸ਼ੁਭ ਹੋਊਗਾ? ਤੁਸੀਂ ਦੱਸੋ, ਇਹਦਾ ਉਪਾਅ ਵੀ ਦੱਸੋ। ਫਿਰ ਦੱਸਦਾ ਹੈ, ਫਿਰ ਡਰਾਉਂਦਾ ਹੈ ਜਿਹੜਾ ਨੂੰ ਪੁੱਛਣ ਆਉਂਦਾ, ਤੂੰ ਫਲਾਣਾ ਉਪਾਅ ਕਰ, ਫਲਾਣਾ ਕੰਮ ਕਰ,
जे तू इस तरह की पूजा करेगा, इस तरह का काम करेगा, तो फिर की होएगा, फिर तेरा जिहड़ा समा है वो शुभ आ जाएगा। सोचा जाए तो ये लोग कुदरत के एजेंट बने बैठे आ, ये एजेंट आ। हुण इन्हां नूं कोई सवाल पूछे भी तुसीं कहंदे आ भी ग्रह माड़े, ग्रहां दी चाल माड़ी आ, हुण जे तुहानूं पूजा करा दांगे तुहाडे कोलों जां कुछ इंज कर दांगे ते फिर जिहड़े कुदरत दे अनुसार जिहड़े तुसीं कहंदे ग्रह माड़े आ, वो बदल जाणगे, वो चंगे हो जाणगे ग्रह, फिर किवें सही हो जाणगे? ਇਹਦਾ मतलब ਇਹੋ ਹੀ नहीं है भी इन्हां ने समय नूं शुभ ते अशुभ दस के अपना लुट खसुट दा एक साधन बनाया ते असीं दिन रात सिर्फ जाके नहीं, टीवी दे उत्ते देखो तुसीं दिन रात किवें ऐड आ रहीआं ने। मैं कई बारी हसदी हुंदी आं भी रब नूं वेचण तुरे आ ਜਿਹੜੇ ਇਹ ਵੇਲੇ, आ हनुमान खरीद लो, आ फलाना खरीद लो, आ लॉकेट खरीद लो, आ मोती खरीद लो, आ कर लो, ये रब वेचਣਾ ही है, और की है? फिर दुनिया नूं डराउंदे ने शगन ते अपशगन दा नाम लैके। ਅਸੀਂ ऐसे भरमां च पै गए हैं, ਅਸੀਂ ਕਹਿੰਦੇ ਇਹ ਘੜੀ ਸਗਨਾਂ ਵਾਲੀ ਆ, ਇਹ ਜਿਹੜੀ ਘੜੀ ਹੈ ਇਹ अपशगਨਾਂ ਵਾਲੀ ਆ। पर महाराज आखदे ने सगन अपसगन तिसको लगे जिस चीत ना आवे। सच्चे पातशाह ਤਾਂ ਇਹ ਗੱਲ ਕਹਿੰਦੇ ਨੇ। ਹੁਣ ਆਪਾਂ 12 ਮਹੀਨਿਆਂ ਦੇ ਵਿੱਚ ਇਹ ਗੱਲ ਸਮਝੀਏ, सच्चे पातशाह ने 12 महीनों का पूरा विस्तार दे के साडी बांह फड़ के सानू सारी गल समझाई आ भी ये जिहड़े सगना अपसगना दे चक्कर आ, ये उन्हां नूं लगदे आ जिहड़े तेरे गुणां नूं भुल जांदे आ, जिहड़े सच नूं भुल जांदे आ, जिहड़े सच नालों टुट के जिंदगी जींदे आ। ते जां फिर पता की कहणगे, आपां आम गल कर लईए ते पता की गल होएगी जी, अज तो पहले वाला समा जिहड़ा ना वो चंगा सी, वो समा चंगा सी, अज समा माड़ा है। बंदा पूछे पैरामीटर की है जिन्हों ला के कहने आ भी समा चंगा सी, पूछिए जी क्यों चंगा सी, जवाब मिलता अदों लोग बड़े चंगे सी, अदों लोग झूठ नहीं सी बोलते, सच ते पहरा दिंदे सी, बड़ा चंगा समा सी। पूछिए हुण लोग झूठ बोलते आ, कहणगे जी हाँ हुण लोग झूठ बोलते आ, ये सच नहीं बोलते, गलत हरकतां करदे आ, वगैरह वगैरह वगैरह, ये सब कुछ चल साडे कोल 5000 साल दा जिहड़ा है ना वो रिटन इतिहास पिया है, हिस्टरी पई है। तुसीं 500 साल जां 100 साल पहले 100 साल पहलां दी कोई किताब खोल के पढ़ लो, उस किताब दे विच भी लिखिया सी अज तो पहले वाले लोग जिहड़े वो बड़े चंगे सी, हुण लोग नहीं चंगे, क्योंकि वो सच ते पहरा दिंदे सी। 500 साल पहले वाली किताब खोल के वेख लो, ਉਹਦੇ ਚ ਵੀ ਇਹੋ ਹੀ ਗੱਲ ਲਿਖੀ ਆ ਜੀ, ਅੱਜ ਤੋਂ ਪਹਿਲੇ ਵਾਲੇ ਲੋਕ ਜਿਹੜੇ ਉਹ ਜ਼ਿਆਦਾ ਚੰਗੇ ਸੀ, ਉਹ ਸੱਚ ਬੋਲਦੇ ਸੀ, ਅੱਜ ਵਾਲੇ ਲੋਕ ਨਹੀਂ ਚੰਗੇ। ਅੱਜ ਤੋਂ 1000 ਸਾਲ ਪਹਿਲੇ ਵਾਲੀ ਕਿਤਾਬ ਖੋਲ ਲਓ, ਉਹਦੇ ਚ ਵੀ ਇਹੋ ਹੀ ਲਿਖਿਆ। 2500 ਸਾਲ ਪੁਰਾਣਾ ਮਹਾਤਮਾ ਬੁੱਧ ਦਾ ਇਤਿਹਾਸ ਪੜ੍ਹ ਲਓ ਤੇ ਮਹਾਤਮਾ ਬੁੱਧ ਨੇ ਵੀ ਇਹ ਗੱਲ ਲਿਖੀ ਆ ਜੀ, ਚੋਰੀ ਨਹੀਂ ਕਰਨੀ ਚਾਹੀਦੀ, ਹਿੰਸਾ ਨਹੀਂ ਕਰਨੀ ਚਾਹੀਦੀ, ਕਤਲੋ ਗਾਰਤ ਨਹੀਂ ਕਰਨੀ ਚਾਹੀਦੀ, ਚੋਰੀਆਂ ਨਾ ਕਰੋ। ਇਹਦਾ मतलब ਅੱਜ ਤੋਂ 2500 ਸਾਲ ਪਹਿਲਾਂ ਵੀ ਚੋਰੀ ਹੁੰਦੀ ਸੀ, ਉਦੋਂ ਵੀ ਹਿੰਸਾ ਹੈਗੀ ਸੀ। ਜੇ ਚੋਰੀ ਹੁੰਦੀ ਨਾ ਤੇ ਫਿਰ ਇਹ ਗੱਲ ਲਿਖਣ ਦੀ ਕੀ ਲੋੜ ਪਈ ਸੀ? ਫਿਰ ਤੇ ਲਿਖਣ ਦੀ ਕੋਈ ਲੋੜ ਹੀ ਨਹੀਂ ਸੀ, ਤਾਂ ਚੋਰੀ ਹੈ ਹੀ ਨਹੀਂ, ਕਤਲੋ ਗਾਰਤ ਹੈ ਹੀ ਨਹੀਂ, ਡਾਕੇ ਵੱਜਦੇ ਹੀ ਨਹੀਂ, ਹਿੰਸਾ ਹੈ ਹੀ ਨਹੀਂ, ਫਿਰ ਲਿਖਣ ਦੀ ਕੀ ਲੋੜ ਆ ਵੀ ਹਿੰਸਾ ਨਾ ਕਰੋ, ਚੋਰੀ ਨਾ ਕਰੋ। ਇਹਦਾ मतलब ਜੇ ਲਿਖਿਆ ਹੈ ਵੀ ਚੋਰੀ ਨਾ ਕਰੋ, ਹਿੰਸਾ ਨਾ ਕਰੋ, ਤੇ ਇਹ ਚੀਜ਼ਾਂ ਉਦੋਂ ਵੀ ਹੁੰਦੀਆਂ ਸੀ। उस वेले भी ये सारा कुछ जिहड़ा वा ये चलदा सी। किसी भी समय दे विच ना बुरियां बंदियां दा घाटा रहा है ते ना चंगियां बंदियां दा घाटा रहा है। हर समय दे विच चंगे बंदे भी रहे ने ते बुरे बंदे जिहड़े ने वो भी रहे ने। महाराज ने गुरबाणी दे विच 4 जुगां दी जे गल कीती आ, असीं कह दिंदे आ सब तो चंगा युग सी सतयुग, क्योंकि उदों लोग सच बोलदे सी। कलयुगी असी हाँ क्योंकि असी सच नहीं बोलते। पर बंदा पूछे उस युग दे विच भी ते आ जिहड़ियां आपां गल्लां करदे आ 100,000 साल पहलों वो सतयुग ही सी, उदों भी ये सब कुछ हुंदा सी। कलयुग कदों आ? जदों एक घड़ी ना मिलते तां कलयुग होता। महाराज ने तो स्पष्ट आख्या, असी फिर भी पता नहीं किहड़ियां गल्लां नूं लै के की पैरामीटर बनाए आ। समय नूं मापण वास्ते सिर्फ और सिर्फ जिहड़ा मनुख ने पैरामीटर बनाया वो कैलेंडर आ, जितों असीं महीनियां दी जां
ਦਿਨਾਂ ਦੀ ਪਹਿਚਾਨ ਕਰਦੇ ਆ। ਜਾਂ ਜਿਹੜੀ ਸਭ ਤੋਂ ਤਕੜੀ ਖੋਜ ਆ ਨਾ ਮਨੁੱਖ ਦੀ, ਉਹ ਮੈਨੂੰ ਪਤਾ ਕਿਹੜੀ ਲੱਗਦੀ? ਜਿਹੜੀ ਘੜੀ ਬਣਾਈ ਹੈ, ਜਿਹਦੇ ਤੋਂ ਅਸੀਂ ਇੱਕ ਸਕਿੰਟ ਆਪਣਾ ਜਿਹੜਾ ਹੈ ਨਾ ਉਹ ਵੇਖ ਕੇ, ਸਮਾਂ ਵੇਖ ਕੇ ਸਾਂਭ ਸਕਦੇ ਹਾਂ। ਉਹ ਵੱਖਰੀ ਗੱਲ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਮੇਂ ਦੀ ਬਰਬਾਦੀ ਕਰਨੀ ਸਿੱਖੀ ਆ, ਅਸੀਂ ਸਮੇਂ ਨੂੰ ਆਬਾਦ ਕਰਨਾ ਨਹੀਂ ਸਿੱਖਿਆ। ਕਿਉਂਕਿ ਜੇ ਆਪ ਭਲੇ ਬਣਾਂਗੇ, ਭਲੇ ਕੰਮ ਕਰਾਂਗੇ ਤੇ ਉਹ ਸਤਿਯੁਗ ਹੈ। ਜੇ ਆਪ ਅਸੀਂ ਭਲਾ ਕੰਮ ਨਹੀਂ ਕਰਾਂਗੇ, ਝੂਠ ਬੋਲਾਂਗੇ, ਝੂਠ ਦੇ ਨਾਲ ਜੀਵਾਂਗੇ, ਗਲਤ ਕੰਮ ਕਰਾਂਗੇ, ਉਹ ਕਲਯੁਗ ਹੈ। ਸਮਾਂ ਹੈ, ਸਮਾਂ ਜ਼ਿੰਦਗੀ ਆ ਤੇ ਜ਼ਿੰਦਗੀ ਸਮਾਂ ਹੈ, ਸਮਾਂ ਹੈ, ਸਮਾਂ ਆਪਣੀ ਚਾਲ ਨਾਲ ਚੱਲਦਾ ਰਹਿੰਦਾ ਹੈ। ਇਹ ਨਾ ਸ਼ੋਭਿਆ ਨਾ ਅਸ਼ੋਭਿਆ। ਇਸ ਸਮੇਂ ਨੂੰ ਸਤਿਯੁਗ ਤੇ ਕਲਯੁਗ ਕੌਣ ਬਣਾਉਂਦਾ ਹੈ? ਅਸੀਂ ਆਪ ਬਣਾਉਂਦੇ ਹਾਂ। ਇਸ ਸਮੇਂ ਨੂੰ ਸ਼ੁਭ ਤੇ ਅਸ਼ੁਭ ਕੌਣ ਬਣਾਉਂਦਾ ਹੈ? ਇਹ ਅਸੀਂ 12 ਮਹੀਨਿਆਂ ਦੇ ਵਿੱਚ ਸਮਝਿਆ ਹੈ ਕਿ ਸਮੇਂ ਨੂੰ ਸ਼ੁਭ ਤੇ ਅਸ਼ੁਭ ਕੌਣ ਬਣਾਉਂਦਾ? ਬੰਦੇ ਦਾ ਸੁਭਾਅ ਬਣਾਉਂਦਾ ਹੈ, ਸਾਡੇ ਸੰਸਕਾਰ ਬਣਾਉਂਦੇ ਆ। ਜੇ ਅਸੀਂ ਹਰ ਵੇਲੇ ਵੇਖ ਕੇ ਮੱਥੇ ਤੇ ਤਿਊੜੀਆਂ ਪਾ ਲੀਆਂ, ਹਰ ਵੇਲੇ ਬੱਚਿਆਂ ਨੂੰ ਕੁੱਟਣ ਵਾਲੀ ਧਿਆਨ ਰਿਹਾ, ਹਰ ਵੇਲੇ ਕਿਸੇ ਦਾ ਫੋਨ ਆ ਗਿਆ ਉਹਨੂੰ ਚੰਗੀ ਤਰ੍ਹਾਂ ਗੱਲ ਹੀ ਨਹੀਂ ਕਰਨੀ, ਇਹਦਾ ਮਤਲਬ ਅਸੀਂ ਕਲਯੁਗ ਵਿੱਚ ਜੀਉਂਦੇ ਹਾਂ। ਹੁਣ ਸੁਭਾਅ ਬਦਲ ਗਿਆ, ਮੈਂ ਸ਼ਾਂਤ ਚਿੱਤ ਰਹਿਣਾ ਹੈ, ਸ਼ਾਂਤ ਚਿੱਤ ਹੋ ਕੇ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਹੈ। ਮੇਰੇ ਸੁਭਾਅ ਦੇ ਵਿੱਚ ਠੰਡਕ ਆ, ਆਪ ਗੁਰਬਾਣੀ ਪੜ੍ਹਦਾ ਹੈ, ਦੂਜਿਆਂ ਨੂੰ ਪ੍ਰੇਰਦਾ, ਭਾਈ ਗੁਰਬਾਣੀ ਪੜ੍ਹੋ। ਆਪ ਗੁਰਬਾਣੀ ਮੁਤਾਬਕ ਚੱਲਦਾ ਹੈ, ਦੂਜਿਆਂ ਨੂੰ ਆਖਦਾ ਹੈ ਕਿ ਤੂੰ ਵੀ ਗੁਰਬਾਣੀ ਮੁਤਾਬਕ ਚੱਲ। ਇਹਦਾ ਮਤਲਬ ਆਪੇ ਯੁੱਗ ਪਲਟ ਗਿਆ, ਮੇਰਾ ਸੁਭਾਅ ਪਲਟਿਆ ਤੇ ਯੁੱਗ ਪਲਟ ਗਿਆ। ਇਸ ਕਰਕੇ ਜਿਹੜਾ ਸਮਾਂ ਹੈ ਨਾ ਉਹ ਨਹੀਂ ਪਲਟਦਾ, ਸਮਾਂ ਬਦਲਦਾ ਨਹੀਂ ਹੈ। ਸਮੇਂ ਨੇ ਆਪਣੀ ਚਾਲ ਨਾਲ ਚੱਲਦਾ ਰਹਿਣਾ ਹੈ। ਬਦਲਦਾ ਕੀ ਹੈ? ਬੰਦੇ ਦਾ ਸੁਭਾਅ, ਬੰਦੇ ਦੇ ਵਿਹਾਰ। ਇਸ ਕਰਕੇ ਚੰਗੇ ਸਮੇਂ ਦੀ ਉਡੀਕ ਦੇ ਵਿੱਚ ਜਿਹੜਾ ਅਸੀਂ ਆਪਣਾ ਸਮਾਂ ਬਰਬਾਦ ਕਰਦੇ ਆ ਨਾ, ਉਹ ਨਹੀਂ ਕਰਨਾ ਚਾਹੀਦਾ। ਹੁਣ ਦੇਖੋ, ਇੱਕ ਗੱਲ ਆਪਾਂ ਆਮ ਸਮਾਜ ਦੀ ਗੱਲ ਕਰੀਏ, ਵਿਆਹ ਕਰਨਾ ਹੋਵੇ ਧੀ ਪੁੱਤਰ ਦਾ, ਅਸੀਂ 20 ਦੇ ਕੋਲੋਂ ਪੁੱਛਦੇ ਹਾਂ ਵੀ ਕਿਹੜਾ ਸਮਾਂ ਚੰਗਾ ਹੈ, ਕਿਹੜੇ ਸਮੇਂ ਕਰੀਏ, ਕਿਹੜੇ ਸਮੇਂ 'ਚ ਵਿਆਹ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। 20 ਕੋਲੋਂ ਪੁੱਛਦੇ ਹਾਂ। ਰੱਬ ਨਾ ਕਰੇ ਜਿਵੇਂ ਅੱਜ ਸਾਡੀ ਆਪਣੀ ਕੌਮ ਦੇ ਵਿੱਚ ਤਲਾਕ ਦੀ, ਡਿਵੋਰਸ ਦੀ ਦਰ ਇੰਨੀ ਵੱਧ ਗਈ, ਤੇ ਜੇ ਕੱਲ ਨੂੰ ਬੱਚਿਆਂ ਨੇ ਕਿਸੇ ਨੇ ਆਖਣਾ ਵੀ ਮੇਰੀ ਬਣਦੀ ਨਹੀਂ, ਮੈਂ ਤਲਾਕ ਲੈਣਾ, ਤੇ ਉਦੋਂ ਵੀ ਪੁੱਛਣ ਜਾਂਦੇ ਆ ਵੀ ਭਾਈ ਕਿਹੜੀ ਘੜੀ ਸ਼ੋਭਿਆ, ਤਲਾਕ ਲੈ ਲਈਏ ਜਾਂ ਨਾ ਲੈ ਲਈਏ? ਕਦੀ ਉਦੋਂ ਪੁੱਛਿਆ? ਹਮੇਸ਼ਾ ਚੰਗਾ ਕੰਮ ਕਰਨ ਲੱਗਿਆ ਪੁੱਛਦੇ ਆ, 20 ਵਾਰੀ ਪੁੱਛਦੇ ਆ ਚੰਗਾ ਕੰਮ ਜੀ ਕਰ ਲਈਏ, ਘੜੀ ਸ਼ੋਭਿਆ ਕਿ ਨਹੀਂ, ਚੰਗਾ ਕੰਮ ਕੀਤਾ ਜਾਵੇ ਕਿ ਨਾ ਕੀਤਾ ਜਾਵੇ। ਮਾੜਾ ਕਰਨ ਲੱਗਿਆ ਤੇ 1 ਸਕਿੰਟ ਨਹੀਂ ਲਾਉਂਦੇ। 1 ਸਕਿੰਟ ਤੋਂ ਪਹਿਲਾਂ ਜੇ ਕਿਸੇ ਨੂੰ ਮਾਰਨਾ ਹੋਵੇ, ਗਾਲਾਂ ਕੱਢਣੀਆਂ ਹੋਣ, ਮਾੜਾ ਕੰਮ ਕਰਨਾ, ਛੱਡ ਕਰ ਦਿੰਦੇ। ਉਦੋਂ ਨਹੀਂ ਪੁੱਛਦੇ ਵੀ ਘੜੀ ਸ਼ੋਭਿਆ ਜਾਂ ਅਸ਼ੋਭਿਆ। ਸੋ ਇਹਨਾਂ ਚੱਕਰਾਂ ਦੇ ਵਿੱਚੋਂ ਨਿਕਲੀਏ। ਬੇਈਮਾਨੀ ਦੇ ਹੱਕ ਦੇ ਵਿੱਚ ਖੜਨਾ, ਝੂਠ ਦਾ ਸਾਥ ਦੇਣਾ, ਅੰਧ ਵਿਸ਼ਵਾਸੀ ਬਣਨਾ, ਇਹ ਕਲਯੁਗ ਆ, ਇਹ ਸਮੇਂ ਦੀ ਬਰਬਾਦੀ ਆ, ਇਹੋ ਹੀ ਅਪਸ਼ਗਨ ਆ, ਇਹੋ ਹੀ ਅਸ਼ੁਭ ਆ। ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ, ਇਮਾਨਦਾਰੀ ਦੇ ਨਾਲ, ਜਿਹੜਾ ਬੰਦਾ ਇਮਾਨਦਾਰ ਆ ਇਮਾਨਦਾਰੀ ਨਾਲ ਉਹਦਾ ਸਾਥ ਦੇਣਾ, ਗੁਰਬਾਣੀ ਨੂੰ ਪੜ੍ਹ ਕੇ ਤੇ ਗੁਰਬਾਣੀ ਦੇ ਗੁਣਾਂ ਦੇ ਉੱਤੇ ਚੱਲਣਾ। ਮਹੀਨਿਆਂ ਦੀ ਵਿਚਾਰ ਕੀਤੀ ਆ ਤੇ ਇਹਨਾਂ ਮਹੀਨਿਆਂ ਦੀ ਵਿਚਾਰ ਰੋਜ਼ ਜਿਹੜਾ ਦਿਨ ਮੈਂ ਜੀਣਾ ਹੈ, ਰਾਤ ਨੂੰ ਸੌਣ ਲੱਗਿਆ, ਆਪਣੇ ਬਿਸਤਰੇ ਤੇ ਬੈਠਣ ਲੱਗਿਆ 5 ਮਿੰਟ 10 ਮਿੰਟ ਇਹ ਗੱਲ ਜ਼ਰੂਰ ਵਿਚਾਰਾਂ ਵੀ ਅੱਜ ਮੈਂ ਕਿਹੜਾ ਮਹੀਨਾ ਜੀਵਿਆ। ਕਿਉਂ 12 ਮਹੀਨਿਆਂ ਦੀ ਆਪਾਂ ਵਿਚਾਰ ਕਰ ਚੁੱਕੇ ਆ। ਉਹਨਾਂ 12 ਮਹੀਨਿਆਂ ਨੂੰ ਵੇਖ ਕੇ ਇਹ ਦੇਖਣਾ ਵੀ ਅੱਜ ਮੈਂ ਤਪਸ 'ਚ ਜੀਵਿਆ, ਅੱਜ ਮੈਂ ਖੁਸ਼ ਜੀਵਿਆ, ਅੱਜ ਮੈਂ ਭਰਮੀ ਹੋਇਆ ਹੈ, ਅੱਜ ਕਿਵੇਂ ਜੀਵਿਆ, ਆਪੇ ਹੀ ਪਤਾ ਲੱਗ ਜਾਣਾ ਵੀ ਮੈਂ ਆਪਣਾ ਅੱਜ ਮੈਂ ਕਿਹੜੇ ਮਹੀਨੇ ਦੇ ਨਾਲ ਜੀਵਿਆ। ਬਾਹਰ ਜਿਹੜੇ ਮਹੀਨੇ ਉਹ ਚੱਲਦੇ ਰਹਿਣੇ ਨੇ। ਮਹਾਰਾਜ ਨੇ 12 ਮਹੀਨੇ ਸਾਨੂੰ ਤਾਂ ਕਰਕੇ ਸਿਖਾਏ ਨੇ, ਬੰਦਿਆ ਦੇਖ ਤੇਰੇ ਅੰਦਰ ਕਿਹੜਾ ਮਹੀਨਾ ਚੱਲਦਾ ਏ। ਇਹ ਅਸੀਂ ਤਾਂ ਕਰਕੇ ਆਪਾਂ ਰੋਜ਼ ਵੇਖੀਏ ਵੀ ਕਿਹੜਾ ਮਹੀਨਾ ਚੱਲਦਾ। ਇਹ ਮਹੀਨਿਆਂ ਦਾ ਜਿਹੜਾ ਬਾਕੀ ਸਮੇਂ ਨੂੰ ਸ਼ੁਭ ਕਹਿੰਦੇ ਆ, ਅਸ਼ੁਭ ਕਹਿੰਦੇ ਆ, ਇਹ ਸਾਡੇ ਆਪਣੇ ਦਿਮਾਗ ਦੀ ਤੇ ਕਾਢ ਹੋ ਸਕਦੀ ਆ, ਪਰ ਪ੍ਰਮਾਤਮਾ ਨੇ, ਉਸ ਕਾਦਰ ਨੇ ਜਿਹੜੇ ਸਾਰੇ ਦੇਣੇ ਆ ਉਹ ਸਾਰੇ ਸ਼ੁਭ ਹੀ ਬਣਾਏ। ਸੱਚੇ ਪਾਤਸ਼ਾਹ ਜੀ, ਤੁਸੀਂ ਜੋ ਕੁਝ ਸਾਜਿਆ ਏ ਸਾਡੇ ਭਲੇ ਵਾਸਤੇ ਸਾਜਿਆ ਏ, ਤੁਸੀਂ ਸਾਡੇ ਬੁਰੇ ਵਾਸਤੇ ਕੁਝ ਨਹੀਂ ਜੇ ਸਾਜਿਆ। ਅਸੀਂ ਦੇਖਣਾ ਹੈ ਕਿ ਅਸੀਂ ਉਹਨੂੰ ਭਲੇ ਪਾਸੇ ਲਾਉਣਾ ਹੈ, ਅਸੀਂ ਆਪਣਾ ਸਮਾਂ ਭਲਾਈ ਵੱਲ ਲਾਉਣਾ ਹੈ, ਜਾਂ ਅਸੀਂ ਆਪਣਾ ਸਮਾਂ
बुराई वाल लाना, पर महाराज तुसी जो साजदे जे, तुसी साडी भलाई वास्ते साजदे जे, असी उस भलाई नूं नहीं समझदे, ये साडी अकिरत-कनता है, असी अकिरत-कन हो गए हैं, पर महाराज तुसी ते सदा ही बख्शिंदे। सच्चे पातशाह ने अगे नचोड़ कढ के दस दिता, आखन लगे बे-दस माह रुत्ती ठित्ती वार भले। बे तो भाव हुंदा दो, 10 का मतलब गिनती दे 10, बे-10 माह यानी 2 ते 10 12, 12 महीने, रुत्ती 6 रुत्तां, ठित्ती 15 ठित्तां, वार 7 वार भले। सच्चे पातशाह जी जो तुसी ये साजिया, ये सारे महीने, वार, ठित्तां, समा, ये सारा जिहड़ा समा है ना, ये शोभिया, ये सारा कुछ इसलिए शोभिया क्योंकि ये कुदरत की रचना है, एक कादर ने साजी हुई रचना है, इस करके ये सारा समा जिहड़ा है ये शोभिया। अगे आखदे ने घड़ी मुहूर्त पल, कहंदे घड़ी मुहूर्त ते पल हर चंगा है, हर पल सुहावना है। वो सुहावना किवें जी? साचे आए सहज मिले, जदों उसदे गुण साडे अंदर वस जाण, जदों असी उन्हां गुणां दे नाल जी के अपने अंदर आत्मक अडोलता लैके आउंदे आ, ते ओ समझो सारा समा जिहड़ा है, ओ घड़ियां, ओ पल, ओ सारे जिहड़े शोभी। पर जिन्ना चिर असी भरमां दे विच जीने आ, भरमां दे विच पिया होया असी वारां दे विच फर्क करदे आ, उन्ना चिर असी करते दी याद नालों टुटे रहिंदे आ। जदों ओदी याद आ गई, याद दा मतलब ओदे गुणां नूं चेते कर लिया, ओदे गुण अपने अंदर धारण कर ले, ते इह गल वेख ली कि सच्चे पातशाह तुसी 12 महीनिਆਂ ਦਾ मैनूं सारा कुछ दस दिता, ते जदों ये सारा कुछ अपने अंदर दोबारा विचार लिया, ते मेरे लिए सारियां घड़ियां, सारे मुहूर्त, सारे पल जिहड़े आ वो शुभ बन गए। जदों क्योंकि मैं ये गल समझ लई आ कि सच्चे पातशाह जी पूरे का किया सब किश पूरा, घट वध किश नाही, नानक गुरमुख ऐसा जाने पूरे माहे समाए। तुसी जो बनाया सब पूरा ही। अगे प्रभ मिले प्यारे कारज सारे, सारे दा मतलब सिरे चढ़ गए, सफल हो गए। प्रभ मिले प्यारे कारज सारे, करता सब विद जाने। जदों उसदे गुण मेरे अंदर वस गए, उन्हां गुणां दे नाल मेरी सांझ बन गई, ਉਹ ਜਿਹੜੇ ਚੰਗੇ ਗੁਣ ਸੀ ਉਹ ਮੇਰੇ ਮਿੱਤਰ ਬਣ ਗਏ, ਤੇ ਫਿਰ ਸਾਰੇ ਜਿਹੜੇ ਮੇਰੇ ਕਾਰਜ ਸੀ ਆਪਣੇ ਆਪ ਰਾਸ ਹੋਣੇ ਸ਼ੁਰੂ ਹੋ ਗਏ, ਆਪਣੇ ਆਪ ਮੇਰੇ ਕਾਰਜ ਜਿਹੜੇ ਆ ਉਹ ਸਿੱਧ ਹੋਣ ਲੱਗ ਪਏ, ਕਿਉਂਕਿ ਕਰਤਾ ਸਭ ਵਿਦ ਜਾਣੇ। ਸਾਰੀਆਂ ਵਿਦਾਂ ਦਾ ਮਾਲਕ ਜਿਹੜਾ ਕਰਤਾ ਹੈ, ਜਦੋਂ ਮੈਂ ਇਹਨਾਂ ਸਾਰੀਆਂ ਵਿਦਾਂ ਦੇ ਮਾਲਕ ਕਰਤੇ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ, ਉਹਦੇ ਗੁਣਾਂ ਦੇ ਨਾਲ ਜੀਣ ਲੱਗ ਪਿਆ, ਤੇ ਮੇਰੇ ਸਾਰੇ ਜਿਹੜੇ ਕਾਰਜ ਨੇ ਉਹ ਸਫਲੇ ਹੋਣੇ ਸ਼ੁਰੂ ਹੋ ਗਏ। ਜਿਨ ਸ਼ਿੰਗਾਰੀ ਤਿਸੇ ਪਿਆਰੀ, ਮੇਲ ਭਇਆ ਰੰਗ ਮਾਣਿਆ। ਜੋ ਜੀਵ ਆਤਮਾ ਕਰਤੇ ਨੇ ਆਪਣੇ ਗੁਣਾਂ ਦੇ ਨਾਲ ਸ਼ਿੰਗਾਰ ਦਿੱਤੀ, ਜਿਹਦੇ ਤੇ ਉਹਦੀ ਬਖਸ਼ਿਸ਼ ਹੋ ਗਈ, ਜਿਹੜੀ ਉਹਦੀ ਬਖਸ਼ਿਸ਼ ਦੇ ਨਾਲ ਸ਼ਿੰਗਾਰੇ ਗਏ, ਕਿਉਂਕਿ ਜਿੰਨੀ ਉਹਦੀ ਨਜ਼ਰ ਦੇ ਪਾਤਰ ਜਦੋਂ ਅਸੀਂ ਬਣ ਗਏ, ਤੇ ਫਿਰ ਸਦਾ ਵਾਸਤੇ ਉਹਦੇ ਗੁਣਾਂ ਦਾ ਰਸ ਜਿਹੜਾ ਹੈ ਉਹ ਅਸੀਂ ਮਾਣਦੇ ਰਹਿੰਦੇ ਆ। ਘਰ ਸੇਜ ਸੁਹਾਵੀ ਜਾਂ ਪਿਰ ਰਾਵੀ, ਜਦੋਂ ਕਰਤੇ ਪ੍ਰਭੂ ਦੇ ਨਾਲ ਮਿਲਾਪ ਹੋ ਗਿਆ ਤਾਂ ਹਿਰਦੇ ਦੀ ਸੇਜ ਸੋਹਣੀ ਹੋ ਗਈ, ਮਨ ਦਾ ਘਰ ਸੱਜ ਗਿਆ। ਭਾਵ ਜਦੋਂ ਮਨ ਦੇ ਅੰਦਰ ਗੁਣਾਂ ਦਾ ਵਾਸ ਹੋ ਗਿਆ, ਜਦੋਂ ਗੁਣ ਅੰਦਰ ਆ ਗਏ, ਮੈਂ ਸ਼ੁਭ ਗੁਣਾਂ ਵਾਲਾ ਬਣ ਗਿਆ, ਤੇ ਮੇਰਾ ਹਿਰਦਾ ਜਿਹੜਾ ਹੈ ਉਹ ਹੁਣ ਸਦਾ ਹੀ ਚੰਗੇ ਵਿਚਾਰਾਂ ਨੂੰ ਸੋਚਦਾ ਹੈ, ਉਹਦੇ ਵਿੱਚ ਕੋਈ ਮਾੜਾ ਵਿਚਾਰ ਆਉਂਦਾ ਹੀ ਨਹੀਂ। ਤੇ ਜਦੋਂ ਹਿਰਦੇ 'ਚ ਮਾੜਾ ਵਿਚਾਰ ਨਹੀਂ ਆਉਂਦਾ, ਗੁਰਮੁਖ ਮਸਤਕ ਭਾਗੋ। ਹੁਣ ਇਹੋ ਜਿਹੇ ਗੁਰਮੁਖ ਦੇ ਨਾਂ ਨਾਲ ਮੈਂ ਜਾਣਿਆ ਜਾਂਦਾ ਹੈ ਕਿ ਮੇਰੇ ਮੱਥੇ ਦੇ ਭਾਗ ਜਿਹੜੇ ਨੇ ਉਹ ਉਜਲੇ ਹੋ ਗਏ। ਭਾਵ ਮੱਥੇ ਦੇ ਭਾਗ ਉਜਲੇ ਹੋ ਗਏ, ਮੇਰੀ ਸੋਚ ਉਜਲੀ ਹੋ ਗਈ, ਮੇਰੀ ਸੋਚ ਹੁਣ ਚੰਗੇ ਗੁਣਾਂ ਵਾਲੀ ਹੋ ਗਈ। ਹੁਣ ਮੈਂ ਕਿਸੇ ਨੂੰ ਵੀ ਦੇਖਦਾ, ਮੈਨੂੰ ਸਭ ਪਾਸੇ ਸਭ ਭਲਾ ਹੀ ਰਹੇ, ਸਭ ਭਲਾ ਹੀ ਹੈ ਰੇ, ਮੈਨੂੰ ਸਾਰੇ ਪਾਸੇ ਮਹਾਰਾਜ ਤੁਹਾਡੀ ਰਚਨਾ ਨਜ਼ਰ ਆਉਂਦੀ ਆ। ਜਦੋਂ ਇਸ ਰਚਨਾ ਦੇ ਨਾਲ ਮੈਂ ਜੀਣਾ ਸ਼ੁਰੂ ਕਰ ਦਿੱਤਾ, ਗੁਣਾਂ ਅਨੁਸਾਰ ਜੀਣ ਲੱਗ ਪਿਆ। ਨਾਨਕ ਅਹਨਿਸ ਰਾਵੇ ਪ੍ਰੀਤਮ, ਇਹ ਨਾਨਕ ਜੀ ਇਹ ਜੀਵ ਦਿਨ ਰਾਤ ਫਿਰ ਇਹੋ ਜਿਹਾ ਜੀਵ ਆਪ ਜੀ ਦੀ ਹਜ਼ੂਰੀ ਦਾ ਰਸ ਮਾਣਦਾ ਹੈ।
फिर दिन रात उन्हां दी हजूरी दा इस तरह मानन लग पैंदा है कि हर पासे परमात्मा आप विराजमान, हर पासे मेरा वाहिगुरु मेरे नाल आ, हर वार थिर सुहागो। ते जदों हर वेले नाल हो गया, ਉਹਦੇ ਗੁਣਾਂ ਨੂੰ ਅੰਦਰ ਵਸਾ ਲਿਆ ਤੇ ਹਰ ਵੇਲੇ ਉਹਨੂੰ ਮਹਿਸੂਸ ਕਰਨ ਲੱਗ ਪਏ ਨਾਲ, ਫਿਰ ਆਪੇ ਸਦਾ ਸੁਹਾਗਣ ਬਣ ਗਏ, ਫਿਰ ਗੁਣਵੰਤੀਆਂ ਬਣ ਗਏ। ਤੇ ਜਿਹੜੀਆਂ ਗੁਣਵੰਤੀਆਂ ਨੇ ਉਹ ਆਪੇ ਸੁਹਾਗਵੰਤੀਆਂ ਬਣ ਗਈਆਂ। ਫਿਰ ਅਸੀਂ ਇਹੋ ਜਿਹੇ ਸੁਹਾਗਵੰਤ ਹੋ ਗਏ ਕਿਉਂਕਿ ਅਸੀਂ ਹੁਣ ਮਹਾਰਾਜ ਜੀ ਜੇ ਸੇਵਾ ਵੀ ਕਰਦੇ ਆ ਨਾ, ਅਸੀਂ ਇਸ ਤਰ੍ਹਾਂ ਦੇ ਸੇਵਾਦਾਰ ਬਣ ਗਏ ਆ ਕਿ ਸਾਨੂੰ ਸਾਰੀ ਕਾਇਨਾਤ ਚੋਂ, ਸਾਰੀ ਖਲਕਤ ਚੋਂ ਭਾਈ ਕਨ੍ਹਈਆ ਜੀ ਵਾਂਗੂ ਜਿਵੇਂ ਉਹਨਾਂ ਨੂੰ ਤੁਹਾਡਾ ਰੂਪ ਨਜ਼ਰ ਆਉਂਦਾ ਸੀ, ਹੁਣ ਅਸੀਂ ਗੁਣਾਂ ਦਾ ਇਸ ਤਰ੍ਹਾਂ ਦਾ ਵਾਸ ਕਰ ਲਿਆ। 12 ਮਹੀਨੇ ਪੜ੍ਹ ਕੇ ਸਾਨੂੰ ਹਰ ਪਾਸੇ ਤੁਹਾਡਾ ਹੀ ਰੂਪ ਨਜ਼ਰ ਆਉਂਦਾ, ਸਾਨੂੰ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਸੱਚੇ ਪਾਤਸ਼ਾਹ ਆਖਦੇ ਨੇ ਜੇ ਇਸ ਤਰ੍ਹਾਂ ਦਾ ਤੂੰ ਸੁਹਾਗਵੰਤਾ ਬਣ ਗਿਆ ਏ, ਜੇ ਇਸ ਤਰ੍ਹਾਂ ਦੀਆਂ ਇਸਤਰੀਆਂ ਸੁਹਾਗਵੰਤੀਆਂ ਜੀਵ ਆਤਮਾ ਬਣ ਗਈਆਂ ਨੇ, ਤੇ ਫਿਰ ਗੱਲ ਸ਼ੁਰੂ ਕੀਤੀ ਸੀ ਕਿਰਤ ਕਰਮ ਕੇ ਵਿਛੜੇ, ਇੱਥੋਂ ਸ਼ੁਰੂ ਕੀਤੀ ਸੀ। ਤੇ ਮਹਾਰਾਜ ਕਹਿੰਦੇ ਫਿਰ ਇਹ ਜਿਹੜੇ ਵਿਛੜੇ ਸੀ ਇਹ ਮਲਾਪ ਕਿਵੇਂ ਹੋਣਾ ਸੀ, ਕਿਰਪਾ ਦੇ ਪਾਤਰ ਕਿਵੇਂ ਬਣਨਾ ਸੀ, ਜਦੋਂ ਹੁਕਮ ਰਜ਼ਾਈ ਚੱਲਣਾ ਸੀ। ਜਦੋਂ ਹੁਕਮ ਰਜ਼ਾਈ ਚੱਲਣਾ ਸੀ, ਜਦੋਂ ਅਸੀਂ ਹੁਕਮ ਦੀ ਰਜ਼ਾ ਦੇ ਵਿੱਚ ਚੱਲਣ ਲੱਗ ਪਏ, ਨਿਯਮਾਂ ਅਨੁਸਾਰ ਚੱਲਣ ਲੱਗ ਪਏ, ਹੁਣ ਮੈਂ ਨਿਯਮਾਂ ਤੋਂ ਬਾਹਰ, ਹੁਕਮ ਤੋਂ ਬਾਹਰ ਜਾਂਦਾ ਹੀ ਨਹੀਂ। ਤੇ ਫਿਰ ਆਖਦੇ ਨੇ ਮਾਹ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ। ਹੁਣ ਮੇਰੇ ਲਈ ਸਾਰੇ ਮਹੀਨੇ, ਸਾਰੇ ਸਮੇਂ, ਸਾਰਾ ਕੁਝ ਜਿਹੜਾ ਨਾ ਉਹ ਮੈਨੂੰ ਸ਼ੁਭ ਹੀ ਸ਼ੁਭ ਨਜ਼ਰ ਆਉਂਦਾ, ਮੇਰੇ ਲਈ ਸ਼ੁਭ ਆ, ਕਿਉਂਕਿ ਜਿਸ ਕੋ ਨਦਰ ਕਰੇ, ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਆਪਣੀ ਬਖਸ਼ਿਸ਼ ਦਾ ਪਾਤਰ ਬਣਾ ਲਿਆ, ਮੈਂ ਤੁਹਾਡੀ ਨਜ਼ਰ ਦਾ ਪਾਤਰ ਬਣ ਗਿਆ ਹੈ। ਇਹ ਮਤ ਸਮਝੋ ਕਿ ਜਦੋਂ ਉਹਦੀ ਬਖਸ਼ਿਸ਼ ਹੋਏਗੀ ਫੇਰ ਗੱਲ ਬਣੂਗੀ। ਇਹ ਗੱਲ ਸਹੀ ਆ, ਉਹਦੀ ਬਖਸ਼ਿਸ਼ ਸਦਾ ਹੀ ਹੁੰਦੀ ਆ, ਪਰ ਉਹਦੀ ਬਖਸ਼ਿਸ਼ ਦੇ ਪਾਤਰ ਆਪਾਂ ਕਿਵੇਂ ਬਣਨਾ ਹੈ ਇਹ ਅਸੀਂ ਦੇਖਣਾ ਹੈ। ਹੁਣ ਬੱਚੇ ਨੂੰ ਆਪਾਂ ਕਹਿੰਦੇ ਆ ਨਾ, ਬੱਚਾ ਕਵੇ ਮੰਮੀ ਮੈਂ ਨਹੀਂ ਸਕੂਲ ਜਾਣਾ, ਪੜ੍ਹਾਈ ਆਊਗੀ ਤੇ ਜਾਵਾਂਗਾ, ਅਸੀਂ ਕਹਿੰਦੇ ਬੇਟਾ ਸਕੂਲ ਜਾਏਗਾ ਤੇ ਪੜ੍ਹਨਾ ਆਊਗਾ। ਇਸੇ ਤਰ੍ਹਾਂ ਬਖਸ਼ਿਸ਼ ਸਦਾ ਹੁੰਦੀ ਆ, ਅਸੀਂ ਉਸ ਬਖਸ਼ਿਸ਼ ਦੇ ਪਾਤਰ ਕਿਵੇਂ ਬਣਨਾ ਹੈ ਇਹ ਆਪਾਂ ਆਪਣੇ ਕਰਮਾਂ ਵੱਲ ਦੇਖਣਾ। ਇਹ ਕੋਈ 12 ਮਹੀਨਿਆਂ ਦਾ ਜਿਹੜਾ ਨਿਚੋੜ ਆ ਇਹ ਸੱਚੇ ਪਾਤਸ਼ਾਹ ਨੇ ਇਸ ਸ਼ਬਦ 'ਚ ਸਮਝਾਇਆ ਹੈ, ਕਿਉਂਕਿ ਜਦੋਂ ਇਹ ਤੱਤ ਆ 12 ਮਹੀਨਿਆਂ ਦਾ, ਜਦੋਂ ਤੱਤ ਸਮਝ ਆ ਜਾਵੇ ਨਾ, ਕਿਸੇ ਗੱਲ ਦਾ ਨਿਚੋੜ ਸਮਝ ਆ ਜੇ, ਤੇ ਫਿਰ ਜੋ ਉਹਦੇ ਅੰਦਰ ਲਿਖਿਆ ਹੁੰਦਾ ਨਾ ਉਹ ਗੱਲ ਬੜੀ ਸੌਖੀ ਸਮਝ ਆ ਜਾਂਦੀ ਆ। ਸੱਚੇ ਪਾਤਸ਼ਾਹ ਨੇ 12 ਮਹੀਨਿਆਂ ਦੇ ਨਿਚੋੜ 'ਚ ਇਹ ਗੱਲ ਦ੍ਰਿੜ ਕਰਵਾਈ ਆ, ਜਿਨ ਜਿਨ ਨਾਮ ਤੇ ਆਇਆ, ਇਹ ਗੱਲ ਦ੍ਰਿੜ ਕਰਾਈ। ਹੁਣ ਜਿਨ ਜਿਨ ਨਾਮ ਤੇ ਆਇਆ ਮਤਲਬ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਨੂੰ ਜੀਵਿਆ, ਜਿਨ੍ਹਾਂ ਨੇ ਗੁਣਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੀਵਿਆ ਹੈ। ਫਿਰ ਕੀ ਹੋਇਆ ਮਹਾਰਾਜ ਆਖੇ ਤਿੰਨ ਕੇ ਕਾਜ ਸਰੇ, ਉਹਨਾਂ ਦੇ ਸਾਰੇ ਜਿਹੜੇ ਕਾਜ ਆ, ਸਾਰੇ ਕੰਮ ਆ ਜਿਹੜੇ ਉਹ ਸਰ ਗਏ, ਸਾਰੇ ਸਫਲ ਹੋ ਗਏ, ਸਾਰੇ ਉਹਨਾਂ ਦੇ ਕਾਰਜ ਪੂਰੇ ਹੋ ਗਏ। ਕਿਉਂਕਿ ਗੱਲ ਸ਼ੁਰੂ ਹੋਈ ਸੀ ਨਾ ਵਿਛੋੜੇ ਤੋਂ, ਕਿਰਤ ਕਰਮ ਕੇ ਵਿਛੜੇ ਤੋਂ ਗੱਲ ਸ਼ੁਰੂ ਕੀਤੀ ਸੀ, ਤੇ ਚੇਤ ਗੋਵਿੰਦ ਆਰਾਧਿਆ ਸੀ। ਜਦੋਂ ਚੇਤ ਗੋਵਿੰਦ ਨੂੰ ਆਰਾਧ ਕੇ ਤੇ ਫਿਰ ਆਖਿਆ ਮਹਾਰਾਜ ਜਿਹੜੀਆਂ ਇਸਤਰੀਆਂ ਵਿਸਾਖ ਧੀਰਨ ਕਿਉਂ ਵਾਢੀਆਂ, ਜਿਹੜੀਆਂ ਵਿਛੜੀਆਂ ਨੇ ਉਹਨਾਂ ਦਾ ਮਿਲਾਪ ਕਿਵੇਂ ਹੋਵੇ। ਤਾਂ ਮਹਾਰਾਜ ਨੇ ਆਖਿਆ ਸੀ ਹਰ ਜੇਠ ਚੜਨ ਦਾ ਲੋੜੀਏ। ਜਦੋਂ ਜੇਠ ਚੜਨ ਦਾ ਲੋੜਿਆ ਫਿਰ ਹਰ ਸੱਜਣ ਦਾਵਣ ਲੱਗਿਆ। ਜਦੋਂ ਸੱਜਣ ਦੇ ਦਮ ਨਾਲ ਲੱਗ ਗਏ, ਜਦੋਂ ਉਸ ਸੱਜਣ ਨੂੰ ਆਪਣਾ ਵਾਕਿਆ ਹੀ ਸੱਜਣ ਬਣਾ ਲਿਆ, ਉਹ ਗੁਣ ਸਾਡੇ ਸੱਜਣ ਬਣ ਗਏ। ਫਿਰ ਕੀ ਹੋਇਆ, ਜਿਨ ਜਿਨ ਨਾਮ ਤੇ ਆਇਆ। ਫਿਰ ਇਹ ਗੱਲ ਮਹਾਰਾਜ ਨੇ ਨਿਚੋੜ ਕੱਢ ਕੇ ਦੱਸ ਦਿੱਤੀ। ਇੱਥੇ ਗੁਰੂ ਮਹਾਰਾਜ ਨੇ ਸਮਝਾਇਆ ਜਿਹੜੇ ਨਾਮ ਦੇ ਸਹਾਰੇ ਤੇ ਚੱਲਦੇ ਨੇ, ਜਿਹੜੇ ਉਸ ਨਾਮ ਨੂੰ ਆਪਣਾ ਸਹਾਰਾ ਬਣਾ ਕੇ, ਨਾਮ ਦਾ ਸਹਾਰਾ ਮਤਲਬ ਜਿਹੜੇ ਚੰਗੇ ਗੁਣਾਂ ਦੇ ਨਾਲ ਜੀਵਦੇ ਨੇ, ਜਿਹੜੇ ਸੱਚ ਦੇ ਨਾਲ ਜਿਉਂਦੇ ਨੇ, ਸੱਚ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਉਂਦੇ ਨੇ, ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਉਂਦੇ ਨੇ, ਉਹਨਾਂ ਦੇ ਸਾਰੇ ਜਿਹੜੇ ਕਾਰਜ ਨੇ, ਭਾਵੇਂ ਉਹ ਸੰਸਾਰਿਕ ਨੇ ਤੇ ਭਾਵੇਂ ਉਹ ਪਰਮਾਰਥ ਦੇ ਨੇ, ਉਹਨਾਂ ਦੇ ਸਾਰੇ ਕਾਰਜ ਜਿਹੜੇ ਨੇ ਨਾ ਉਹ ਸਿਰੇ ਚੜ ਜਾਂਦੇ ਨੇ। ਉਹਨਾਂ ਦਾ ਕੋਈ ਵੀ ਕਾਰਜ ਜਿਹੜਾ ਹੈ ਨਾ ਉਹ ਅਧੂਰਾ ਨਹੀਂ ਰਹਿੰਦਾ। ਫਿਰ ਜੇ ਧੁੱਪ ਵੀ ਆਉਂਦੀ ਆ ਨਾ ਤੇ ਫਿਰ ਉਹ ਧੁੱਪ ਵੀ ਉਹਨਾਂ ਨੂੰ ਸਾੜਦੀ ਨਹੀਂ। ਫਿਰ ਵਿਕਾਰਾਂ ਦੀ ਧੁੱਪ ਦਾ ਮਤਲਬ ਵਿਕਾਰਾਂ ਦੀ ਧੁੱਪ, ਜਿਹੜੀ ਅਸਾੜ ਮਹੀਨੇ ਦੀ ਧੁੱਪ ਸੀ, ਜਿਹੜੀ ਤਪਸ਼ ਸੀ, ਫਿਰ ਉਹ ਅਸਾੜ ਮਹੀਨੇ ਦੀ ਤਪਸ਼ ਉਹ ਵੀ ਸਾੜਦੀ ਨਹੀਂ। ਕਿਉਂ ਨਹੀਂ ਸਾੜਦੀ? ਕਿਉਂਕਿ ਜਿਨ ਜਿਨ ਨਾਮ ਤੇ ਆਇਆ।
ਉਹ ਜਿਹੜੀ ਤਪਸ਼ ਹੈ ਨਾ, ਫਿਰ ਉਹ ਫਿਰ ਸਾਨੂੰ ਕੁਝ ਕਹਿ ਨਹੀਂ ਸਕਦੇ, ਕਿਉਂਕਿ ਮਹਾਰਾਜ ਨੇ ਪਹਿਲਾ ਸਬਕ, ਪਹਿਲਾ ਵਿਸ਼ਵਾਸ ਹੀ ਇਹ ਦਿੱਤਾ ਹੈ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਪਰ ਇੱਕ ਗੱਲ ਦਾ ਖਿਆਲ ਰੱਖੀ, ਹਰ ਗੁਰ ਪੂਰਾ ਆਰਾਧਿਆ। ਇਸ ਗੱਲ ਨੂੰ ਇਹ ਦੂਜਾ ਵਿਸ਼ਵਾਸ ਸੀ ਕਿ ਉਸ ਹਰੀ ਗੁਰੂ ਦੀ ਸਿੱਖਿਆ ਲੈ ਕੇ, ਕਿਉਂਕਿ ਨਿਰੰਕਾਰ ਦੇ ਆਪਾਂ ਦੋ ਰੂਪ ਪੜ੍ਹੇ ਨੇ, ਇੱਕ ਨਿਰਗੁਣ, ਇੱਕ ਸਰਗੁਣ। ਨਿਰਗੁਣ ਆਪ, ਸਰਗੁਣ ਵੀ ਉਹੀ। ਭਾਵ ਨਿਰਗੁਣ ਦਾ ਮਤਲਬ ਰੱਬ ਤੇ ਸਰਗੁਣ ਦਾ ਮਤਲਬ ਗੁਰੂ, ਜਿਹੜਾ ਰੱਬ ਦਾ ਦੂਜਾ ਰੂਪ ਹੈ, ਜਿਨੇ ਸਾਨੂੰ ਮਿਲਾਉਣਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜ੍ਹ ਕੇ ਜਦੋਂ ਅਸੀਂ ਇੱਕਮਿਕ ਹੋਣਾ ਹੈ, ਇਹ ਵਾਲਾ ਰੂਪ, ਜਿੱਥੇ ਆਪਾਂ ਨਾਮ ਦੇ ਨਾਲ ਜੁੜਨਾ ਹੈ। ਇਹ ਗੱਲ ਸਮਝਣੀ ਆ ਵੀ ਨਾਮ ਹਰ ਕਾਰਜ ਦੇ ਵਿੱਚ ਸਹਾਈ ਹੁੰਦਾ ਹੈ, ਚੰਗੇ ਗੁਣ ਹਰ ਕਾਰਜ 'ਚ ਸਹਾਈ ਹੁੰਦੇ ਆ। ਉੱਥੇ ਆਪਾਂ ਇਹ ਵੀ ਗੱਲ ਸਮਝ ਲੈਣੀ ਵੀ ਗੁਰੂ ਦਾ ਕੀ ਫੰਕਸ਼ਨ ਆ। ਗੁਰੂ ਦੀ ਬਖਸ਼ਿਸ਼ ਹੁੰਦੀ ਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹਦੇ ਆ, ਉਹਨਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਂਦੇ ਆ, ਤੇ ਫਿਰ ਦਰਗਾਹ ਦੇ ਵਿੱਚ ਪ੍ਰਵਾਨ ਚੜ੍ਹਦੇ, ਫਿਰ ਉਹਦੀ ਨਜ਼ਰ 'ਚ ਪ੍ਰਵਾਨ ਚੜ੍ਹਦੇ ਆ। ਤੇ ਤੀਜਾ ਵਿਸ਼ਵਾਸ ਮਹਾਰਾਜ ਨੇ ਕਿਹਾ, ਵਿਸ਼ਵਾਸ ਰੱਖੀ ਸਰਬ ਸੁੱਖਾਂ ਨਿਧ ਚਰਨ ਹਰ। ਸਾਰੇ ਸੁੱਖਾਂ ਦਾ ਖਜ਼ਾਨਾ ਜਿਹੜਾ ਹੈ ਨਾ, ਉਹ ਹਰੀ ਪਰਮਾਤਮਾ ਦੇ ਚਰਨ। ਚਰਨਾਂ ਦਾ ਮਤਲਬ ਕਿ ਉਹਦੀ ਸਿੱਖਿਆ, ਗੁਰੂ ਦੀ ਜਿਹੜੀ ਸਿੱਖਿਆ ਹੈ, ਉਹ ਹਰੀ ਦੇ ਸ਼ਬਦ ਦੀ ਜਿਹੜੀ ਸਿੱਖਿਆ ਹੈ ਨਾ, ਉਹ ਆਪਣੇ ਮਨ ਦੇ ਵਿੱਚ ਸਦਾ ਵਸਾ ਕੇ ਰੱਖੀ। ਜਦੋਂ ਸਿੱਖਿਆ ਮਨ 'ਚ ਵਸਾ ਲਈ, ਫਿਰ ਭੌਜਲ ਬਿਖਮ ਤਰੇ। ਫਿਰ ਜਿਹੜੇ ਵਿਕਾਰਾਂ ਦੇ ਵਿੱਚ ਆਪਾਂ ਨਕਾ ਨਕ ਭਰੇ ਪਏ ਸਾਂ ਨਾ, ਡੁੱਬੇ ਪਏ ਸਾਂ, ਕਦੀ ਭਰਮੀ ਬਣ ਜਾਂਦੇ ਸਾਂ, ਕਦੀ ਤਪਸ਼ ਸਾੜਦੀ ਸੀ, ਫਿਰ ਇਹਦੇ ਵਿੱਚੋਂ ਆਪਾਂ ਤਰ ਕੇ ਬਾਹਰ ਨਿਕਲਣਾ। ਜਦੋਂ ਇਹਦੇ ਵਿੱਚੋਂ ਤਰ ਗਏ ਤੇ ਤਰੇ ਕਿਵੇਂ? ਤਰੇ ਵੀ ਸੁਣ ਲਓ ਕਿਸ ਤਰ੍ਹਾਂ ਤਰੇ। ਪ੍ਰੇਮ ਭਗਤ ਤੈਨ ਪਾਇਆ, ਪਾਇਆ ਵਿਖਿਆ ਨਹੀਂ ਜਰੇ। ਪ੍ਰੇਮ ਭਗਤ, ਪ੍ਰੇਮਾ ਭਗਤੀ ਦੇ ਨਾਲ ਜਦੋਂ ਪ੍ਰੇਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਜਿਸ ਵੇਲੇ ਪ੍ਰੇਮ ਸਾਡੇ ਜੀਵਨ ਦਾ ਆਧਾਰ ਬਣ ਗਿਆ, ਤੇ ਅਸੀਂ ਪ੍ਰੇਮ ਦੇ ਵਿੱਚ ਭਿੱਜ ਕੇ ਜਦੋਂ ਗੁਣਾਂ ਦੇ ਨਾਲ ਸਾਂਝ ਪਾ ਲਈ, ਹੁਣ ਅਸੀਂ ਜ਼ਹਿਰ ਦੇ ਵਿੱਚ ਸੜਦੇ ਨਹੀਂ ਆ। ਜ਼ਹਿਰ ਕਿਹੜੀ? ਵਿਕਾਰਾਂ ਰੂਪੀ ਜ਼ਹਿਰ, ਲੋਭ ਦੀ ਜ਼ਹਿਰ, ਲਾਲਚ ਦੀ, ਕਾਮ ਦੀ, ਕ੍ਰੋਧ ਦੀ। ਹੁਣ ਇਸ ਜ਼ਹਿਰ ਦੇ ਵਿੱਚ ਅਸੀਂ ਸੜਦੇ ਨਹੀਂ। ਜਦੋਂ ਜ਼ਹਿਰ 'ਚ ਨਹੀਂ ਸੜਦੇ, ਪ੍ਰੇਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਫਿਰ ਕੀ ਬਣਿਆ? ਮਹਾਰਾਜ ਅਗਲੀ ਲਾਈਨ 'ਚ ਦੱਸਦੇ, ਕੂੜ ਗਏ। ਫਿਰ ਕੂੜ ਕਿਹੜੇ ਗਏ? ਬੇਈਮਾਨੀ, ਠੱਗੀ, ਝੂਠ, ਚੋਰੀ, ਅਟਰਮ ਪਟਰਮ, ਜੋ ਅਸੀਂ ਕੂੜ ਸਾਥ ਬਣਾਏ ਸੀ, ਕੂੜ ਗਏ। ਦੁਬਦਾ ਨਸੀ, ਦੁਬਦਾ ਕਿਹੜੀ? ਜਦੋਂ ਅਸੀਂ ਭਾਦੋ ਦੇ ਮਹੀਨੇ 'ਚ ਭਰਮੀ ਹੋ ਗਏ ਸੀ, ਦੁਬਦਾ 'ਚ ਪੈ ਗਏ ਸੀ, ਜਦੋਂ ਪਤਾ ਹੀ ਨਹੀਂ ਸੀ ਲੱਗਦਾ ਵੀ ਅਸੀਂ ਜਿਹੜੇ ਧਰਮ ਦੇ ਕਾਰਜ ਕਰਦੇ ਆ, ਜਾਂ ਅਸੀਂ ਇਹੋ ਜਿਹੇ ਜਿਹੜੇ ਕਾਰਜ ਕਰਦੇ ਕੀ ਕਰੀਏ, ਕਿਸ ਤਰ੍ਹਾਂ ਅਸੀਂ, ਉਹ ਜਿਹੜੀ ਦੁਬਦਾ ਸੀ, ਜਦੋਂ ਡਬਲ ਮਾਈਂਡਡ ਹੋ ਜਾਂਦੇ ਸੀ, ਉਹ ਦੁਬਦਾ ਨਸ ਗਈ, ਉਹ ਦੁਬਦਾ ਭੱਜ ਗਈ। ਜਦੋਂ ਦੁਬਦਾ ਨਸ ਗਈ, ਦੁਬਦਾ ਅੰਦਰੋਂ ਨਿਕਲ ਗਈ, ਤੇ ਗੱਲ ਖਾਨੇ 'ਚ ਗੱਲ ਪੈ ਗਈ, ਸੱਚੇ ਪਾਤਸ਼ਾਹ ਤੁਹਾਡੀ ਤੇ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ। ਮੈਂ ਤਾਂ ਐਵੇਂ ਦੂਜੇ ਤੀਜਿਆਂ ਦੇ ਕੋਲ ਜਾ ਕੇ ਭਟਕਦਾ ਫਿਰਦਾ ਸਾਂ, ਮੈਂ ਤਾਂ ਬੰਦਿਆਂ ਨੂੰ ਗੁਰੂ ਸਮਝਦਾ ਫਿਰਦਾ ਸਾਂ। ਹੁਣ ਮੈਨੂੰ ਪਤਾ ਲੱਗ ਗਿਆ, ਜਦੋਂ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ, ਤੇ ਪੂਰਨ ਸੱਚ ਭਰੇ, ਫਿਰ ਮੈਂ ਮੁਕੰਮਲ ਹੋ ਗਿਆ। ਬੰਦਾ ਪੂਰਾ ਸੱਚ ਦੇ ਨਾਲ ਭਰ ਗਿਆ, ਤੇ ਮੁਕੰਮਲ ਕਿਵੇਂ ਹੋ ਗਿਆ? ਪਾਰ ਬ੍ਰਹਮ ਪ੍ਰਭ ਸੇਵਦੇ। ਜਦੋਂ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾ ਲਈ, ਮਨ ਅੰਦਰ ਏਕ ਧਰੇ, ਫਿਰ ਮਾਣ ਦੇ ਨਾਲ ਬੰਦਾ ਕਹਿੰਦਾ, ਏਕ ਪਿਤਾ ਏਕਸ ਕੇ ਹਮ ਬਾਲਕ। ਕਿਉਂਕਿ ਹੁਣ ਪਤਾ ਲੱਗ ਗਿਆ ਨਾ, ਸਮਝ ਆ ਗਈ ਨਾ ਵੀ ਮੈਂ ਤੇ ਐਵੇਂ ਇੱਧਰ ਉੱਧਰ ਭਟਕਦਾ ਫਿਰਦਾ ਸਾਂ, ਮੈਂ ਤਾਂ ਦੁਬਦਾ 'ਚ ਪਿਆ ਸਾਂ, ਕੂੜ ਦੀ ਦੁਨੀਆ, ਕੂੜ ਦੀ ਕੰਧ ਬਣਾ ਕੇ ਬੈਠਾ ਸਾਂ। ਹੁਣ ਬਾਂਹ ਖੜੀ ਕਰਕੇ ਮੈਂ ਦੁਨੀਆ 'ਚ ਕਹਿਣਾ, ਸੱਚੇ ਪਾਤਸ਼ਾਹ ਏਕ ਪਿਤਾ ਏਕਸ ਕੇ ਹਮ ਬਾਲਕ, ਤੂੰ ਮੇਰਾ ਗੁਰਹਾਈ। ਹੁਣ ਮੈਨੂੰ ਕੋਈ ਦੂਸਰਾ ਬੰਦਾ ਨਜ਼ਰ ਹੀ ਨਹੀਂ ਆਉਂਦਾ। ਹੁਣ ਮੈਨੂੰ ਹਰ ਪਾਸੇ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਤੇ ਇਹ ਗੱਲ ਉਹ ਹੀ ਕਹਿ ਸਕਦਾ ਹੈ ਜਿਨੇ 12 ਮਹੀਨਿਆਂ ਦੀ ਵਿਚਾਰ ਪੜ੍ਹ ਕੇ ਗੱਲ ਸਮਝ ਲਈ, ਮਾਹ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ। ਇਹ ਉਹ ਹੀ ਕਹਿ ਸਕਦਾ ਜਿਨੇ ਸਾਰਾ ਸਮਾਂ, ਦਿਨ, ਮਹੀਨੇ ਸ਼ੁਭ ਬਣ ਗਏ। ਕਿਹਦੇ ਸ਼ੁਭ ਬਣ ਗਏ? ਜਿਹੜਾ ਉਹਦੀ ਨਜ਼ਰ ਦਾ ਪਾਤਰ ਬਣ ਗਿਆ। ਜਦੋਂ ਉਹਦੀ ਨਜ਼ਰ ਦੇ ਪਾਤਰ ਬਣ ਗਏ, ਤੇ ਉਹਦੀ ਨਜ਼ਰ ਦੇ ਪਾਤਰ ਬਣਦਿਆਂ ਹੀ ਮਨ ਦੇ ਵਿੱਚ ਪੂਰਾ ਵਿਸ਼ਵਾਸ ਆ ਗਿਆ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਮਨ 'ਚ ਵਿਸ਼ਵਾਸ ਬਣ ਗਿਆ, ਸੋ ਸਤਿਗੁਰ ਪੂਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੇਰਾ ਤੇ ਸਤਿਗੁਰ ਪੂਰਾ ਸਦਾ ਹੀ ਮੇਰੇ ਨਾਲ ਆ, ਮੈਂ ਕਿਵੇਂ ਇੱਧਰ ਉੱਧਰ ਕਿੱਧਰ ਜਾਂਦਾ ਫਿਰਦਾ।
ਨਾਨਕ ਮੰਗੈ ਦਰਸ ਦਾਨ। ਨਾਨਕ ਵੀ ਤੁਹਾਡੇ ਦਰਸ਼ਨਾਂ ਦੀ ਮੰਗ ਰੱਖਦਾ ਏ ਕਿ ਤੁਹਾਡੇ ਨਾਲ ਸਾਂਝ ਪੈ ਜਾਵੇ। ਤੇ ਸਾਂਝ ਜਦੋਂ ਸਾਂਝ ਕਾਹਦੇ ਲਈ ਪੈ ਜੇ? ਕਿਰਪਾ ਕਰੋ ਹਰੇ, ਕਿ ਕਿਰਪਾ ਦੇ ਘਰ ਦੇ ਵਿੱਚ ਆ ਕੇ ਮੇਰੇ ਹਿਰਦੇ ਦਾ ਜਿਹੜਾ ਖਾਲੀ ਬਰਤਨ ਆ ਨਾ, ਇਸ ਖਾਲੀ ਬਰਤਨ ਨੂੰ ਭਰ ਦਿਓ ਚੰਗੇ ਗੁਣਾਂ ਦੇ ਨਾਲ। ਕਿਉਂਕਿ ਮੈਂ ਵੀ ਇਹ ਗੱਲ ਕਹਿ ਸਕਾਂ ਵੀ ਸੱਚੇ ਪਾਤਸ਼ਾਹ, ਤੁਸੀਂ ਜਿਨ੍ਹਾਂ ਨੂੰ ਖਰੇ ਕੀਤਾ ਹੈ ਨਾ, ਜਿਨ੍ਹਾਂ ਨੂੰ ਸਚਿਆਰ ਬਣਾਇਆ ਹੈ, ਜਿਨ ਜਿਨ ਨਾਮ ਧਿਆਇਆ, ਜਿਨ੍ਹਾਂ ਨੂੰ ਤੁਸੀਂ ਖਰੇ ਕਰ ਦਿੱਤਾ ਨਾ, ਮੈਨੂੰ ਵੀ ਖਰਾ ਕਰ ਦਿਓ। ਕਿਉਂਕਿ ਮੈਂ ਵੀ ਖੋਟਾ ਹਾਂ। ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ, 12 ਮਹੀਨਿਆਂ ਦੀ ਵਿਚਾਰ ਪੜ੍ਹੀ। ਵਿਚਾਰ ਪੜ੍ਹ ਕੇ ਜਦੋਂ ਮੈਂ ਤਤਸਰ ਪੜ੍ਹਿਆ ਤੇ ਫਿਰ ਮੇਰੇ ਧੋਰੇ ਅੰਦਰੋਂ ਅਰਦਾਸ ਨਿਕਲੀ ਆ, ਸਤਿਗੁਰ ਖੋਟਿਓ ਖਰੇ ਕਰ। ਸੱਚੇ ਪਾਤਸ਼ਾਹ ਜੀ, ਤੁਸੀਂ ਤਾਂ ਖੋਟਿਆਂ ਨੂੰ ਵੀ ਖਰੇ ਕਰ ਦਿੰਦੇ। ਹੁਣ ਬਾਹਰਲੀ ਦੁਨੀਆ ਦੇ ਵਿੱਚ ਅਸੀਂ ਆਪਣੇ ਪਰਸ ਦੇ ਵਿੱਚ ਖੋਟਾ ਪੈਸਾ ਨਹੀਂ ਰੱਖਦੇ, ਕਦੀ ਖਰਾ ਪੈਸਾ ਰੱਖਦੇ। ਪਤਾ ਹੈ ਵੀ ਖੋਟਾ ਪੈਸਾ ਜਿਹੜਾ ਹੈ ਇਹ ਚੱਲਣਾ ਨਹੀਂ ਬਾਜ਼ਾਰ 'ਚ। ਇੱਕ ਬੱਚੇ ਦੇ ਕੋਲ ਇੱਕ ਖੋਟਾ ਪੈਸਾ ਸੀ, ਉਹ ਬਾਜ਼ਾਰ ਦੇ ਵਿੱਚ ਜਾਵੇ, ਜਾ ਕੇ ਦੁਕਾਨਦਾਰ ਨੂੰ ਆਖੇ ਲੈ ਭਈ ਮੈਨੂੰ ਇਹਦਾ ਕੁਛ ਦੇ ਦਿਓ, ਦੁਕਾਨਦਾਰ ਵਾਪਸ ਕਰ ਦੇਵੇ, ਬੇਟਾ ਖੋਟਾ ਪੈਸਾ ਨਹੀਂ ਚੱਲਣਾ, ਖਰਾ ਲੈ ਕੇ ਆ। ਹੁਣ ਕਈ ਜਗ੍ਹਾ ਤੇ ਉਹ ਪੈਸਾ ਨਾ ਚੱਲਿਆ, ਪਰ ਉਸ ਬੱਚੇ ਨੂੰ ਉਸ ਖੋਟੇ ਪੈਸੇ ਨਾਲ ਪਿਆਰ ਹੋ ਗਿਆ। ਉਹ ਕੀ ਕਰਿਆ ਕਰੇ, ਜਦੋਂ ਆਪਣੇ ਕੱਪੜੇ ਚੇਂਜ ਕਰਿਆ ਕਰੇ ਤੇ ਉਹ ਜਿਹੜਾ ਖੋਟਾ ਪੈਸਾ ਆਪਣੀ ਜੇਬ 'ਚ ਨਾਲ ਹੀ ਪਾ ਲਿਆ ਕਰੇ। ਇੱਕ ਦਿਨ ਬਾਜ਼ਾਰ ਗਿਆ, ਇੱਕ ਪੁੱਜੀ ਹੋਈ ਆਤਮਾ ਵਾਲੇ ਫਕੀਰ ਮਿਲੇ। ਉਹ ਕਹਿਣ ਲੱਗੇ, ਬੇਟਾ ਮੈਨੂੰ ਭੁੱਖ ਲੱਗੀ ਹੈ, ਮੈਨੂੰ ਰੋਟੀ ਖਵਾ। ਉਹ ਕਹਿੰਦਾ, ਬਾਬਾ ਜੀ ਮੇਰੇ ਕੋਲ ਤੇ ਕੁਝ ਹੈ ਨਹੀਂ, ਮੈਂ ਕੀ ਖਵਾਵਾਂ ਤੁਹਾਨੂੰ, ਮੇਰੇ ਕੋਲ ਕੁਝ ਨਹੀਂ ਆ। ਉਹ ਕਹਿੰਦੇ, ਜੇਬਾਂ 'ਚ ਹੱਥ ਮਾਰ, ਸ਼ਾਇਦ ਕੁਝ ਨਿਕਲ ਆਵੇ। ਕਹਿੰਦਾ, ਬਾਬਾ ਜੀ ਕੁਝ ਨਹੀਂ। ਫਕੀਰ ਜੀ ਨੇ ਕਿਹਾ, ਕਹਿੰਦੇ ਨਹੀਂ, ਵੇਖ ਇੱਕ ਵਾਰੀ ਜੇਬ 'ਚ। ਜਦੋਂ ਉਹਨੇ ਆਖਿਆ, ਕਹਿੰਦਾ ਮਹਾਰਾਜ ਮੇਰੇ ਕੋਲ ਤੇ ਖੋਟਾ ਪੈਸਾ ਹੈ, ਇਹ ਚੱਲਣਾ ਕੋਈ ਨਹੀਂ। ਉਹ ਕਹਿੰਦੇ ਮੇਰੇ ਨਾਲ ਚੱਲ। ਉਸ ਇੱਕ ਦੁਕਾਨ ਸੀ ਸਾਹਮਣੇ, ਤੰਦੂਰ ਦੇ ਉੱਤੇ ਇੱਕ ਔਰਤ ਰੋਟੀਆਂ ਬਣਾ ਰਹੀ ਸੀ, ਉਹਨੂੰ ਉੱਥੇ ਲੈ ਗਏ। ਕਹਿਣ ਲੱਗੇ ਵੀ ਮੈਨੂੰ ਇੱਥੋਂ ਰੋਟੀ ਲੈ ਦੇ। ਉਹ ਕਹਿੰਦਾ ਵੀ ਹੁਣ ਮੈਂ ਕੀ ਕਰਾਂ, ਇਹ ਤੇ ਅੱਗੇ ਪੈਸਾ ਮੇਰਾ ਚੱਲਿਆ ਕੋਈ ਨਹੀਂ। ਉਹ ਕਹਿੰਦਾ ਠੀਕ ਹੈ, ਤੁਸੀਂ ਬੈਠੋ। ਉਹਨੇ ਉਸ ਔਰਤ ਨੂੰ ਆਖਿਆ, ਕਹਿੰਦਾ ਮਾਤਾ ਜੀ, ਉਹ ਕਹਿੰਦਾ ਮੈਂ ਪਹਿਲਾਂ ਪੈਸਾ ਹੀ ਦੇ ਦਿੰਦਾ ਹੈ। ਉਹ ਕਹਿੰਦਾ ਮਾਤਾ ਜੀ ਆ ਲਓ ਪੈਸਾ, ਤੇ ਤੁਸੀਂ ਇੰਜ ਕਰੋ, ਇਹਦੀ ਇੱਕ ਰੋਟੀ ਦੇ ਦਿਓ ਤੇ ਬਾਕੀ ਪੈਸੇ ਮੈਨੂੰ ਵਾਪਸ ਕਰ ਦਿਓ। ਉਹ ਮਾਤਾ ਹੱਸ ਪਈ, ਕਹਿੰਦੀ ਕੀ, ਕਿਉਂ ਪੁੱਤ, ਕੀ ਕਰਨੀ ਰੋਟੀ? ਕਹਿੰਦਾ ਉਹ ਜਿਹੜੇ ਫਕੀਰ ਬੈਠੇ ਆ ਨਾ ਸਾਹਮਣੇ, ਉਹਨਾਂ ਨੂੰ ਭੁੱਖ ਬੜੀ ਲੱਗੀ ਤੇ ਮੇਰੇ ਕੋਲ ਕੁਝ ਹੈ ਨਹੀਂ, ਤੇ ਮੈਂ ਉਹਨਾਂ ਨੂੰ ਰੋਟੀ ਖਵਾਣੀ ਆ। ਤੁਸੀਂ ਜਿੰਨੇ ਦੀ ਰੋਟੀ ਆਂਦੀ ਆ ਰੋਟੀ ਦੇ ਦਿਓ, ਜੇ ਕੋਈ ਬਾਕੀ ਪੈਸਾ ਬਚਦਾ ਤੇ ਉਹ ਵੀ ਦੇ ਦਿਓ। ਉਹ ਹੱਸ ਪਈ। ਉਹਨੇ ਆਖਿਆ, ਉਹਨੇ ਇੱਕ ਰੋਟੀ ਦੇਤੀ 50 ਪੈਸੇ ਦੀ, ਬਾਕੀ 50 ਪੈਸੇ ਉਹ ਬੱਚੇ ਨੂੰ ਵਾਪਸ ਕਰ ਦਿੱਤੇ। ਤੇ ਬੱਚਾ ਬੜਾ ਖੁਸ਼, ਕਹਿੰਦਾ ਵੀ ਵਾਹ, ਇਹ ਤਾਂ ਗੱਲ ਬਣ ਗਈ, ਉਹਨਾਂ ਰੋਟੀ ਵੀ ਖਾ ਲਈ ਤੇ ਪੈਸੇ ਵੀ ਮੈਨੂੰ ਮਿਲ ਗਏ। ਉਹਨੇ ਜਦੋਂ ਫਕੀਰ ਜੀ ਨੂੰ ਰੋਟੀ ਦਿੱਤੀ, ਤੁਰਨ ਲੱਗਾ ਤੇ ਕਹਿਣ ਲੱਗਾ, ਫਕੀਰ ਜੀ ਨੇ ਆਖਿਆ, ਬੇਟੇ ਗੱਲ ਸੁਣ, ਤੈਨੂੰ ਪਤਾ ਇਹ ਖੋਟਾ ਪੈਸਾ ਕਿਉਂ ਚੱਲਿਆ? ਕਹਿੰਦਾ ਜੀ ਕਿਉਂ? ਕਹਿੰਦਾ ਕਿਉਂਕਿ ਤੇਰੀ ਨੀਅਤ ਸਾਫ਼ ਸੀ, ਤੇਰੀ ਨੀਅਤ ਰਾਸ ਸੀ। ਤੇ ਜੇ ਨੀਅਤ ਰਾਸ ਹੋਵੇ ਨਾ, ਤੂੰ ਆਖਿਆ ਸੀ ਕਿ ਉਹ ਫਕੀਰ ਭੁੱਖਾ ਹੈ, ਉਹਨੇ ਰੋਟੀ ਖਾਣੀ ਆ, ਤਾਂ ਕਰਕੇ ਤੇਰਾ ਇਹ ਪੈਸਾ ਚੱਲ ਗਿਆ। ਇਹ ਤਾਂ ਦੁਨੀਆ ਦੀ ਗੱਲ ਆ। ਤੇ ਜੇ ਰੱਬ ਦੀ ਦੁਨੀਆ ਦੀ ਗੱਲ ਕਰੀਏ ਤੇ ਉਹਦੇ ਪਰਮਾਤਮਾ ਦੀ ਦੁਨੀਆ ਦੇ ਵਿੱਚ ਸਾਡੀ ਨੀਅਤ ਰਾਸ ਹੋਣੀ ਚਾਹੀਦੀ ਹੈ। ਆ ਕੇ ਅਰਦਾਸ ਢਿੱਡੋਂ ਹੀ ਨਿਕਲੀ ਹੋਣੀ ਚਾਹੀਦੀ ਆ ਵੀ ਮਹਾਰਾਜ ਮੈਂ ਖੋਟਾ ਹੈ, ਮੈਨੂੰ ਖਰਾ ਕਰ ਦਿਓ। ਕਿਉਂਕਿ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਸਿਰਫ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਵਾਜ਼ਾ ਇਹੋ ਜਿਹਾ ਜਿਹੜਾ ਇਹ ਕਦੀ ਬੰਦ ਨਹੀਂ ਹੁੰਦਾ। ਇਸ ਦਰਵਾਜ਼ੇ ਦੇ ਉੱਤੇ ਜਦੋਂ ਆ ਕੇ ਖੜੇ ਹੋ ਜਾਾਂਗੇ ਨਾ, ਇਸ ਦਰਵਾਜ਼ੇ ਤੇ ਆ ਕੇ ਜਿਸ ਵੇਲੇ ਖੜੇ ਹੋ ਗਏ, ਜਿਨ੍ਹਾਂ ਦਾ ਦੇਣੇ ਆ ਘਰਿਆਂ ਦਾ ਘਰ, ਨਿਪੱਤਿਆਂ ਦੀ ਪੱਤ, ਨਿਥਾਵਿਆਂ ਦੇ ਥਾਂ, ਇਹ ਉਹ ਗੁਰੂ ਦਾ ਦਰਵਾਜ਼ਾ ਹੈ। ਜਦੋਂ ਇਸ ਦਰਵਾਜ਼ੇ ਤੇ ਆ ਕੇ ਖੜੇ ਹੋ ਜਾਾਂਗੇ ਨਾ, ਪਰ ਮਨ ਦੇ ਵਿੱਚ ਇੱਕ ਆਸ ਲੈ ਕੇ ਆਵਾਂਗੇ ਕਿ ਅਸੀਂ ਖਰੇ ਬਣਨਾ ਹੈ, ਅਸੀਂ ਇਹ ਨੀਤ ਜਿਹੜੀ ਆ ਨਾ ਇਹ ਸੱਚੀ ਹੋਣੀ ਚਾਹੀਦੀ ਹੈ। ਫਿਰ ਤਾਂ ਸਤਿਗੁਰ ਪਿੱਛੇ ਭੱਜ ਪਵੇਂ, ਫਿਰ ਤਾਂ ਸਤਿਗੁਰ ਦੇ ਪਿੱਛੇ ਪੈ ਜਾਈਏ, ਮਹਾਰਾਜ ਮੈਨੂੰ ਖਰਾ ਕਰ ਦਿਓ।
ਤੇ ਫਿਰ ਕੀ ਹੋਏਗਾ? ਸਤਿਗੁਰ ਪਿੱਛੇ ਭੱਜ ਪਵੇਂ ਇਹ ਕਰਨੀ ਸਾਰ। ਫਿਰ ਮਹਾਰਾਜ ਕੀ ਕਰਦੇ? ਬਖਸ਼ਿਸ਼ ਕਰਦੇ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ। ਮਹਾਰਾਜ ਮੈਂ 12 ਮਹੀਨਿਆਂ ਦੀ ਵਿਚਾਰ ਪੜ੍ਹੀ, ਇਹ ਵਿਚਾਰ ਪੜ੍ਹ ਕੇ ਮੈਂ ਤਤਸਾਰ ਵੀ ਪੜ੍ਹ ਲਿਆ, ਪਰ ਜਦੋਂ ਮੈਂ ਆਪਣੇ ਅੰਦਰ ਵੇਖਦਾ ਹੈ ਤੇ ਕਈ ਵਾਰੀ ਮੇਰਾ ਦਿਲ ਕੰਬ ਜਾਂਦਾ ਹੈ। ਮੈਂ ਢਹਿੰਦੀ ਕਲਾ 'ਚ ਚਲਾ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਢਹਿੰਦੀ ਕਲਾ 'ਚ ਕਿਉਂ ਜਾਣਾ ਹੈ? ਸੱਚੇ ਪਾਤਸ਼ਾਹ ਬਾਹਾਂ ਖਿਲਾਰ ਕੇ ਗਲ 'ਚ ਲੈ ਕੇ ਆਖਦੇ ਨੇ, ਕਿਉਂਕਿ ਉਹ ਖੋਟਿਆਂ ਨੂੰ ਖਰੇ ਕਰਦੇ ਨੇ। ਜਦੋਂ ਉਹ ਖੋਟਿਆਂ ਨੂੰ ਖਰੇ ਕਰ ਦਿੰਦੇ ਨੇ ਤੇ ਫਿਰ ਕੀ ਹੋ ਜਾਂਦਾ ਹੈ? ਫਿਰ ਆਪਾਂ ਚੜ੍ਹਦੀ ਕਲਾ ਦੇ ਵਿੱਚ ਆ ਜਾਂਦੇ ਹਾਂ। ਚੜ੍ਹਦੀ ਕਲਾ ਕਿਹਨੂੰ ਆਖਦੇ ਨੇ? ਚੜ੍ਹਦੀ ਪਲੱਸ ਕਲਾ। ਚੜ੍ਹਦੀ ਕਲਾ ਤੋਂ ਕੀ ਭਾਵ? ਚੜ੍ਹਦੇ ਦਾ ਮਤਲਬ ਹੁੰਦਾ ਸਰਬ ਉੱਤਮ, ਸਰਵੋਤਮ, ਤੇ ਕਲਾ ਹੁੰਦੀ ਹੈ ਸ਼ਕਤੀ, ਐਨਰਜੀ। ਤੇ ਖਾਲਸਾਈ ਰੂਪ ਦੇ ਵਿੱਚ ਚੜ੍ਹਦੀ ਕਲਾ ਕਿਹੜੀ ਆ? ਜਿਹਦੀ ਸੁਰਤ ਹਮੇਸ਼ਾ ਬੁਲੰਦ ਰਵੇ, ਜਿਹਦੇ ਹੌਸਲੇ ਹਮੇਸ਼ਾ ਬੁਲੰਦ ਰਹਿਣ। ਆਪਾਂ ਪੜ੍ਹਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤਾਂ ਕਿ ਜਿਹੜੇ ਹੌਸਲੇ ਨੇ ਇਹ ਸਦਾ ਬੁਲੰਦ ਰਹਿਣ। ਹੌਸਲੇ ਸਦਾ ਜਿਹੜੇ ਆ ਨਾ ਉਹ ਇਸ ਤਰ੍ਹਾਂ ਹੀ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਜਦੋਂ ਮਹਾਰਾਜ ਖਰੇ ਬਣਾ ਦਿੰਦਾ ਹੈ ਫਿਰ ਹੌਸਲੇ ਚੜ੍ਹਦੀ ਕਲਾ 'ਚ ਹੋ ਜਾਂਦੇ ਆ। ਫਿਰ ਇਹ ਹੌਸਲਾ ਚੜ੍ਹਦੀ ਕਲਾ ਵਾਲਾ ਇਹ ਮੈਨੂੰ ਡਿੱਗਣ ਨਹੀਂ ਦਿੰਦਾ, ਇਹ ਮੈਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਜਦੋਂ ਮੈਂ ਪੜ੍ਹਦਾ ਹੈ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਤੇ ਆਏ। ਫਿਰ ਇਸ ਤਰ੍ਹਾਂ ਮੈਂ ਇਹ ਜਿਹੜੀ ਤਾਕਤ ਆ ਨਾ ਇਹ ਮੈਨੂੰ ਹਾਰਨ ਨਹੀਂ ਦਿੰਦੀ। ਜਦੋਂ ਮੈਂ ਇੱਕ ਵਾਰੀ ਆਪਣੇ ਦਿਮਾਗ 'ਚ ਇਹ ਸੋਚ ਲੈਣਾ ਹੈ ਵੀ ਮੇਰਾ ਤਾਂ ਸਤਿਗੁਰ ਇਹੋ ਜਿਹਾ ਹੈ ਜਿਹਦਾ ਮਾਂ ਪਿਓ ਇਸ ਤਰ੍ਹਾਂ ਦਾ ਹੋਵੇ, ਜਿਹਦਾ ਮਾਂ ਪਿਓ ਪੂਰਾ ਹੋਵੇ, ਤੇ ਫਿਰ ਮੈਂ ਕਾਹਦੇ ਵਾਸਤੇ ਡੋਲਾਂ। ਫਿਰ ਮੇਰੇ ਇਹ ਗੱਲ ਸਮਝ ਲੈਂਦਾ ਹੈ, ਤੇ ਜਦੋਂ ਇਹ ਗੱਲ ਸਮਝ ਲੈਂਦਾ ਤੇ ਫਿਰ ਇਹ ਆਖਦਾ ਸੱਚੇ ਪਾਤਸ਼ਾਹ ਤੁਹਾਡੇ ਨਾਲੋਂ ਟੁੱਟ ਕੇ, ਸੱਚ ਨਾਲੋਂ ਟੁੱਟ ਕੇ ਜ਼ਿੰਦਗੀ ਵਿਗੜ ਜਾਂਦੀ ਹੈ, ਤੇ ਸੱਚ ਦੇ ਨਾਲ ਜੁੜ ਕੇ ਜ਼ਿੰਦਗੀ ਸੰਵਰ ਜਾਂਦੀ ਹੈ। ਜਦੋਂ ਸੱਚ ਨਾਲ ਜੁੜਦਾ ਹੈ ਤਾਂ ਹੀ ਸਵੇਰੇ ਅਰਦਾਸ ਕਰਦਾ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ। ਹੁਣ ਸਹੀ ਪਿਆਰੇ ਕਿਹੜੇ? ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਸਾਡੜੇ ਸਹੀ। ਜਿਨ੍ਹਾਂ ਨੂੰ ਮਿਲ ਕੇ ਮੇਰੀ ਮਾੜੀ ਮੱਤ ਖਤਮ ਹੋ ਜਾਵੇ। ਹੁਣ ਆਪਾਂ ਰੋਜ਼ ਮੰਗਦੇ ਨਾ ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲੀ। ਭਲਾ ਸੋਚੀਏ ਦੂਸਰਾ ਵੀ ਤੇ ਇਹੋ ਹੀ ਮੰਗਦਾ ਸਹੀ ਪਿਆਰੇ ਮੇਲ, ਤੇ ਮੈਂ ਆਪ ਹੀ ਕਿਉਂ ਨਾ ਹੋ ਜਾ ਪਿਆਰਾ ਬਣ ਜਾ। ਸੱਚੇ ਪਾਤਸ਼ਾਹ ਮੈਨੂੰ ਹੀ ਇਹੋ ਜਿਹਾ ਪਿਆਰਾ ਬਣਾ ਦੇ। ਮੈਂ ਆਪਣੇ ਅੰਦਰ ਕਿਉਂ ਨਾ ਗੁਣ ਧਾਰਨ ਕਰ ਲਵਾਂ, ਕਿਉਂਕਿ ਦੂਸਰਾ ਬੰਦਾ ਵੀ ਤਾਂ ਇਹੀ ਮੰਗਦਾ ਨਾ ਸਹੀ ਪਿਆਰੇ ਮੇਲ। ਤੇ ਸੱਚੇ ਪਾਤਸ਼ਾਹ ਜੀ ਮੈਨੂੰ ਵੀ ਤੁਸੀਂ ਇਸ ਤਰ੍ਹਾਂ ਦਾ ਪਿਆਰਾ ਬਣਾ ਦਿਓ, ਤਾਂ ਕਿ ਜੇ ਮੈਂ ਦੂਸਰੇ ਕੋਲੋਂ ਪ੍ਰੇਮ ਮੰਗਦਾ ਹੈ ਨਾ ਤੇ ਮੇਰੇ ਆਪਣੇ ਅੰਦਰ ਵੀ ਪ੍ਰੇਮ ਦਾ ਉਛਾਲਾ ਹੋਣਾ ਬੜਾ ਜ਼ਰੂਰੀ ਹੈ। ਹੁਣ ਕਈ ਵਾਰੀ ਕੋਈ ਬੰਦਾ ਮਿਲਦਾ ਨਾ, ਅਸੀਂ ਕਹਿ ਦਿੰਦੇ ਆ ਇਹਨੂੰ ਮਿਲ ਕੇ ਤਾਂ ਨਾ ਮਨ ਖੁਸ਼ ਨਹੀਂ ਹੋਇਆ, ਤੇ ਕਈ ਵਾਰੀ ਕੋਈ ਆਤਮਾ ਇਸ ਤਰ੍ਹਾਂ ਦੀ ਮਿਲਦੀ ਆ ਤੁਹਾਡਾ ਚਿਹਰਾ ਦੇਖ ਕੇ ਖਿਲ ਜਾਂਦਾ। ਕਿਉਂ? ਕਿਉਂਕਿ ਉਹ ਸਹੀ ਪਿਆਰੇ ਨੇ, ਉਹ ਜੁੜੀਆਂ ਆਤਮਾਵਾਂ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੇ ਮੈਂ ਦੂਜਿਆਂ ਵਾਸਤੇ ਇਹ ਚੀਜ਼ ਮੰਗਦਾ ਹੈ ਤੇ ਕਿਉਂ ਨਾ ਤੂੰ ਮੈਨੂੰ ਹੀ ਖਰਾ ਬਣਾ ਦੇ, ਕਿਉਂ ਨਾ ਮੈਨੂੰ ਖੋਟੇ ਤੋਂ ਖਰਾ ਕਰ ਦੇ। ਮੈਨੂੰ ਮੇਰੇ ਅੰਦਰ ਤੂੰ ਇਹ ਵਾਲੀ ਚੀਜ਼ ਭਰ ਦੇ ਕਿ ਜਦੋਂ ਮੈਨੂੰ ਕੋਈ ਦੇਖੇ ਤੇ ਉਹਨੂੰ ਮੇਰੇ ਵੱਲ ਦੇਖ ਕੇ ਰੱਬ ਚੇਤੇ ਆਵੇ। ਮੈਨੂੰ ਹੀ ਆਪਣਾ ਬਣਾ ਲਾ ਸੱਚੇ ਪਾਤਸ਼ਾਹ। ਇਸ ਕਰਕੇ ਇਸ ਚੀਜ਼ ਨੂੰ ਮੰਗੀਏ। 12 ਮਹੀਨਿਆਂ ਦੀ ਵਿਚਾਰ ਕਰਦੇ ਹਾਂ, ਇਹ ਆਪਾਂ ਸਾਰੀਆਂ ਚੀਜ਼ਾਂ ਸਮਝੀਆਂ ਤੇ ਅੱਜ ਨਿਚੋੜ ਵਾਲੇ ਸ਼ਬਦ 'ਚ ਇਹ ਗੱਲ ਸਮਝੀ ਆ ਵੀ ਸਮਾਂ ਕੋਈ ਵੀ ਸ਼ੁਭ ਜਾਂ ਅਸ਼ੁਭ ਨਹੀਂ ਹੋਇਆ ਕਰਦਾ। ਸਮੇਂ ਸਾਰੇ ਸ਼ੁਭ ਨੇ। ਉਸ ਸਮੇਂ ਨੂੰ, ਉਸ ਘੜੀ ਨੂੰ ਸੁਲੱਖਣੀ ਕਿਵੇਂ ਬਣਾਉਣਾ ਹੈ, ਅਸੀਂ ਦੇਖਣਾ ਕਿਵੇਂ ਬਣਾਉਣਾ ਹੈ। ਮਹਾਰਾਜ ਦੇ ਅੱਗੇ ਆ ਕੇ ਅਰਦਾਸ ਕਰਨੀ ਆ, ਸੱਚੇ ਪਾਤਸ਼ਾਹ ਅਸੀਂ ਖੋਟੇ ਆ, ਸਾਨੂੰ ਖਰੇ ਕਰ ਦੇ। ਜਦੋਂ ਖਰੇ ਕਰ ਦੂਗਾ ਤੇ ਚੜ੍ਹਦੀ ਕਲਾ 'ਚ ਆ ਜਾਾਂਗੇ। ਜਦੋਂ ਹੌਸਲੇ ਬੁਲੰਦ ਹੋ ਗਏ ਤੇ ਫਿਰ ਆਪ ਜਿਹੜੀ ਅਰਦਾਸ ਕਰਦੇ ਸਹੀ ਪਿਆਰੇ ਮੇਲ, ਉਹੋ ਜਿਹਾ ਪਿਆਰਾ ਮੈਂ ਆਪ ਵੀ ਬਣ ਜਾਵਾਂਗਾ। ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਨ ਸਾਡੇ ਸਾਰਿਆਂ ਦੇ ਉੱਤੇ। ਇਹਨਾਂ 12 ਮਹੀਨਿਆਂ ਦੇ ਵਿਚਾਰ ਕਰਦੇ ਆ, ਪਤਾ ਨਹੀਂ ਕਿੰਨੀਆਂ ਅਣਗਿਣਤ ਮੈਂ ਭੁੱਲਾਂ ਕੀਤੀਆਂ ਹੋਣਗੀਆਂ, ਕਿਉਂਕਿ ਮੈਨੂੰ ਵੀ ਕੋਈ ਜਿੰਨਾ ਕੁ ਗਿਆਨ ਹੈਗਾ ਜਾਂ ਜੋ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਦੇ ਹਾਂ ਸਾਂਝਾ ਕਰਨ ਦੀ। ਤੇ ਮੈਂ ਆਪਣੇ ਸਾਰੇ ਵੀਰਾਂ ਦਾ, ਸਾਰੀਆਂ ਭੈਣਾਂ ਦਾ
ਸਾਰੇ ਜਾਣੇ ਵਿੱਚ ਆਉਂਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸੁਣਿਆ, ਕਿਉਂਕਿ ਬੋਲਣ ਵਾਲੇ ਨੇ ਤੇ ਬੋਲੀ ਜਾਣਾ ਹੈ। ਸਭ ਤੋਂ ਵੱਡੇ ਪੇਸ਼ੈਂਸ ਜਿਹੜੇ ਨੇ ਸਬਰ ਆ ਸੁਣਨ ਵਾਲੇ 'ਚ ਹੁੰਦਾ। ਜਿਨ੍ਹਾਂ ਨੇ ਮੈਨੂੰ ਐਡੇ ਪਿਆਰ ਦੇ ਨਾਲ ਸੁਣਿਆ ਤੇ ਇੰਨੇ ਪਿਆਰ ਦੇ ਨਾਲ ਸੁਣ ਕੇ ਮੇਰੀ ਝੋਲੀ ਦੇ ਵਿੱਚ ਅਸੀਸਾਂ ਰੂਪੀ ਪਿਆਰ ਵੀ ਪਾਇਆ। ਇਹੀ ਅਸੀਸਾਂ ਰੂਪੀ ਜਿਹੜਾ ਪਿਆਰ ਆ, ਇਹ ਮੇਰੇ ਲਈ ਇਹ ਚੜ੍ਹਦੀ ਕਲਾ ਸੀ। ਮੈਨੂੰ ਇਹ ਚੜ੍ਹਦੀ ਕਲਾ ਸੀ ਜਿਹੜੇ ਮੇਰੀ ਹੌਸਲਾ ਬੁਲੰਦ ਰੱਖਦੀ ਸੀ ਵੀ ਮੇਰੇ ਭੈਣ ਭਰਾ ਮੈਨੂੰ ਇੰਨੀਆਂ ਅਸੀਸਾਂ ਦਿੰਦੇ ਨੇ ਤੇ ਮੈਂ ਕਿਵੇਂ ਚੜ੍ਹਦੀ ਕਲਾ 'ਚ ਰਹਿ ਕੇ ਅੱਗੇ ਵਧਣਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ 12 ਮਹੀਨਿਆਂ ਦੀ ਵਿਚਾਰ ਕਰਦਿਆਂ ਬਹੁਤ ਤਰੁੱਟੀਆਂ ਰਹੀਆਂ ਹੋਣਗੀਆਂ। ਉਹਨਾਂ ਸਾਰੀਆਂ ਭੁੱਲਾਂ ਚੁੱਕਾਂ ਨੂੰ ਤੁਸੀਂ ਵੀ ਮਾਫ ਕਰਨਾ ਤੇ ਸੱਚੇ ਪਾਤਸ਼ਾਹ ਵੀ ਬਖਸ਼ ਲੈਣ ਤੇ ਅੱਗੇ ਵਾਸਤੇ ਗੁਣਾਂ ਦੇ ਨਾਲ ਸਾਡੀ ਸਾਰਿਆਂ ਦੀ ਸਾਂਝ ਪਾਉਣ, ਤਾਂ ਕਿ ਅਸੀਂ ਗੁਣਾਂ ਵਾਲੇ ਬਣ ਕੇ ਜੀਵੀਏ। ਜੇ ਗੁਣ ਆ ਗਏ, ਗੁਣਵਾਨ ਹੋ ਗਏ ਤੇ ਸਦਾ ਵਾਸਤੇ ਸੁਹਾਗਵੰਤੀਆਂ ਬਣ ਜਾਵਾਂਗੇ। ਇੰਨੀਆਂ ਗੱਲਾਂ ਕਹਿੰਦੀ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦੀ ਹੋਈ ਫਤਿਹ ਦੇ ਨਾਲ ਸਾਂਝ ਪਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭੈਣ ਜੀ, ਕਿਆ ਕਮਾਲ। ਸੋਨਿਹਾਲ। ਨਿਹਾਲ। ਸਤਿ ਸ੍ਰੀ ਅਕਾਲ।